आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਰ ਮੋਰ ਮਹਿ ਭੇਦ ਨ ਕੋਈ, ਗੁਰ ਸਿੱਖ ਨਾਮ ਰਹੇ ਅਬਦੋਈ। ਰੂਪ ਏਕ ਮੇਰੇ ਸੰਗ ਭਇਓ, ਗੁਰ ਘਰ ਕਾਜ ਬਹੁਤ ਤੈ ਕਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨ ਸਤਿਗੁਰਾਂ ਦੀ ਹਜ਼ੂਰੀ 'ਚ ਸਜੇ ਨੇ। ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਇਕਾਗਰ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਰਹੇ ਹਨ। ਨਾਮ ਬਾਣੀ ਸੇਵਾ ਸਿਮਰਨ ਜਪ ਤਪ ਦਾ ਪਾਠ ਪੜ੍ਹਾ ਰਹੇ ਹਨ। ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ। ਦੇਸਾਂ ਤੋਂ ਪ੍ਰਦੇਸਾਂ ਤੋਂ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਔਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੈ। ਸਤਿਗੁਰੂ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਸੇਵਕ ਬਾਬਾ ਬਿਧੀ ਚੰਦ ਸਾਹਿਬ ਜੀ ਸੱਚਖੰਡ ਗਮਨ ਦੀਆਂ ਤਿਆਰੀਆਂ ਕਰ ਰਹੇ ਹਨ। ਕਿਉਂਕਿ ਬਾਬਾ ਜੀ ਜਦੋਂ ਦੱਖਣ ਪੂਰਬ ਦੇ ਵਿੱਚ ਪ੍ਰਚਾਰ ਕਰਨ ਗਏ ਸਨ, ਰਸਤੇ ਵਿੱਚ ਅਯੁੱਧਿਆ ਦੇ ਲਾਗੇ ਦਿਓ ਨਗਰ ਠਹਿਰੇ ਸਨ। ਦਿਓ ਨਗਰ ਦੀਆਂ ਸੰਗਤਾਂ ਬਾਬਾ ਜੀ ਤੋਂ ਬਹੁਤ ਪ੍ਰਭਾਵਿਤ ਹੋਈਆਂ, ਕਿਉਂਕਿ ਜਿਸ ਸੁੱਕੇ ਦਰਖਤ ਥੱਲੇ ਬਹਿ ਕੇ ਭਜਨ ਬੰਦਗੀ ਕੀਤੀ, ਆਸਣ ਲਾਇਆ, ਨਿਤਨੇਮ ਕੀਤਾ, ਉਹ ਸੁੱਕਾ ਦਰਖਤ ਹਰਾ ਹੋ ਗਿਆ। ਦਿਓ ਨਗਰ ਇਲਾਕੇ ਦੇ ਹਜ਼ਾਰਾਂ ਲੋਕ ਦਰਸ਼ਨਾਂ ਲਈ ਇਕੱਠੇ ਹੋ ਗਏ ਕਿ ਕੋਈ ਮਹਾਂਪੁਰਸ਼ ਆਇਆ ਹੈ ਜਿਹੜਾ ਸੁੱਕੇ ਵੀ ਹਰੇ ਕਰ ਸਕਦਾ ਹੈ। ਬਾਬਾ ਜੀ ਦੀ ਇਤਨੀ ਮਹਿਮਾ ਰਾਤੋਂ ਰਾਤ ਵੱਧ ਗਈ ਕਿ ਉੱਥੋਂ ਦਾ ਇੱਕ ਮੁਸਲਮਾਨ ਫਕੀਰ ਜੋ ਬਹੁਤ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਮਾਲਕ ਸੀ, ਕਾਮਲ ਪੁਰਸ਼ ਸੀ, ਪੀਰ ਸੁੰਦਰ ਸ਼ਾਹ, ਬਾਬਾ ਜੀ ਨੂੰ ਡਰਾਉਣ ਵਾਸਤੇ ਸ਼ੇਰ 'ਤੇ ਸਵਾਰ ਹੋ ਕੇ ਆਇਆ। ਜਦੋਂ ਬਾਬਾ ਜੀ ਦੇ ਸਾਹਮਣੇ ਨਿਗਾਹ ਪਈ ਤੇ ਬਾਬਾ ਜੀ ਦੇ ਨੇਤਰਾਂ ਦੇ ਨਾਲ ਉਹਦਾ ਸ਼ੇਰ ਮਾਨੋ ਪੱਥਰ ਦੀ ਮੂਰਤੀ ਬਣ ਗਿਆ, ਅੱਗੇ ਹਿਲਦਾ ਹੀ ਨਹੀਂ। ਅਤੇ ਬਾਬਾ ਜੀ ਦੇ ਚਰਨਾਂ 'ਤੇ ਸੁੰਦਰ ਸ਼ਾਹ ਟਹਿ ਕੇ ਬੇਨਤੀ ਕੀਤੀ, ਮਹਾਰਾਜ ਇਹਦਾ ਕਲਿਆਣ ਕਰੋ। ਅਤੇ ਬਾਬਾ ਜੀ ਨੇ ਉਸ ਦੀ ਰੂਹ ਦਾ ਕਲਿਆਣ ਕੀਤਾ, ਉਹ ਸ਼ੇਰ ਦੀ ਮੁਕਤੀ ਕੀਤੀ। ਉੱਥੋਂ ਫਿਰ ਸਾਧ ਸੰਗਤ ਜੀ ਪੀਰ ਸੁੰਦਰ ਸ਼ਾਹ ਪੱਕਾ ਹੀ ਮੁਰੀਦ ਬਣ ਗਿਆ। ਕਹਿਣ ਲੱਗਾ, ਮਹਾਰਾਜ ਮੇਰੀ ਇੱਛਾ ਹੈ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਤੁਹਾਡੇ ਚਰਨਾਂ ਵਿੱਚ ਆਵੇ। ਬਾਬਾ ਜੀ ਕਹਿੰਦੇ, ਤੁਹਾਡਾ ਸਾਡਾ ਅੰਤ ਸਮਾਂ ਇੱਕੋ ਸਮੇਂ ਆਉਣਾ ਹੈ। ਜਿੰਨੇ ਸਵਾਸ ਤੁਹਾਡੇ ਬਾਕੀ ਨੇ ਓਨੇ ਹੀ ਸਾਡੇ ਬਾਕੀ ਨੇ। ਅੰਤ ਸਮੇਂ ਦਾ ਸਾਡਾ ਇੱਕੋ ਹੀ ਟਾਈਮ ਹੈ। ਇਸ ਕਰਕੇ ਅਸੀਂ ਤੁਹਾਡੇ ਕੋਲ ਆ ਜਾਵਾਂਗੇ ਅਤੇ ਆਪਾਂ ਇਕੱਠੇ ਹੀ ਸੱਚਖੰਡ ਗਮਨ ਕਰਾਂਗੇ। ਇਹ ਬਚਨ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਮੈਨਾਕ ਦੇਸ਼, ਆਦਿਕ, ਸਿੰਗਲਾਦੀਪ ਅਤੇ ਹੋਰ ਇਲਾਕਿਆਂ 'ਚ ਪ੍ਰਚਾਰ ਕਰਕੇ ਵਾਪਸ ਕੀਰਤਪੁਰ ਸਾਹਿਬ ਆ ਗਏ ਸਨ। ਸਤਿਗੁਰੂ ਜੀ ਨੂੰ ਸਾਰੀ ਵਾਰਤਾ ਦੱਸੀ ਸੀ। ਕੁਝ ਸਮਾਂ ਗੁਰੂ ਸਾਹਿਬ ਕੋਲ ਹੋਰ ਸਮਾਂ ਰਹਿ ਕੇ ਸੇਵਾ ਵੀ ਕੀਤੀ ਹੈ। ਜਦੋਂ ਬਾਬਾ ਗੁਰਦਿੱਤਾ ਜੀ ਦਾ ਵੀ ਚਲਾਣਾ ਹੋ ਗਿਆ ਅਤੇ ਬਾਬਾ ਬਿਧੀ ਚੰਦ ਜੀ ਦਾ ਮਨ ਵੀ ਸੰਸਾਰ ਵੱਲੋਂ ਉਪਰਾਮ ਹੋ ਗਿਆ। ਇਸ ਤਰ੍ਹਾਂ ਉਹਨਾਂ ਨੂੰ ਅਨੁਭਵ ਹੋਇਆ ਕਿ ਹੁਣ ਇਹ ਸਰੀਰ ਛੱਡਣ ਦਾ ਸਮਾਂ ਨੇੜੇ ਆ ਗਿਆ ਹੈ। ਸੰਸਾਰ ਵਿੱਚ ਜੋ ਵੀ ਜੀਵ ਪ੍ਰਾਣੀ ਮਾਤਰ ਆਏ ਹਨ, ਆਪਣੀ ਵਾਰੀ ਵਾਰੀ ਸਭ ਨੇ ਜਾਣਾ ਹੈ। ਮਹਾਂਪੁਰਸ਼ਾਂ ਸਾਧੂਆਂ ਸੰਤਾਂ ਨੇ ਵੀ ਜਾਣਾ ਹੁੰਦਾ ਹੈ, ਸੰਸਾਰੀ ਬੰਦਿਆਂ ਨੇ ਵੀ ਜਾਣਾ ਹੁੰਦਾ ਹੈ। ਫਰਕ ਇਹ ਹੁੰਦਾ, ਮਹਾਂਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਹੈ ਅਸੀਂ ਕਿਸ ਦਿਨ, ਕਿਸ ਸਮੇਂ, ਕਦੋਂ, ਕਿੱਥੇ ਜਾਣਾ ਹੈ। ਸਾਡੇ ਵਰਗਿਆਂ ਨੂੰ ਕੁਛ ਪਤਾ ਨਹੀਂ ਲੱਗਦਾ। ਅਸੀਂ ਸੰਸਾਰ ਦੇ ਵਿੱਚ ਭਰਮਾਂ ਵਿੱਚ ਪਏ ਹੋਏ, ਮੋਹ ਮਾਇਆ ਦੇ ਜੰਜਾਲਾਂ ਵਿੱਚ ਫਸੇ ਹੋਏ ਇੱਦਾਂ ਹੀ ਮਰ ਖੱਪ ਜਾਂਦੇ ਹਾਂ। ਸੋ ਸਾਧ ਸੰਗਤ ਜੀ, ਬਾਬਾ ਬਿਧੀ ਚੰਦ ਜੀ ਨੂੰ ਅਨੁਭਵ ਹੋ ਗਿਆ। ਆਪਣੇ ਪੁੱਤਰ ਲਾਲ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਪਾ ਕੇ ਬੇਨਤੀ ਕੀਤੀ, ਮਹਾਰਾਜ ਮੇਰਾ ਹੁਣ ਸਮਾਂ ਨੇੜੇ ਆ ਗਿਆ ਹੈ। ਮੈਂ
ਇੱਕ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸ਼ਾਹ ਨਾਲ ਵਾਅਦਾ ਕੀਤਾ ਹੈ। ਇਸ ਕਰਕੇ ਮੈਂ ਹੁਣ ਯੂਪੀ ਅਯੁੱਧਿਆ ਉੱਤਰ ਪ੍ਰਦੇਸ਼ ਦੀ ਧਰਤੀ ਹੈ, ਉਹਦੇ ਨੇੜੇ ਦਿਓ ਨਗਰ 'ਚ ਬਾਬਾ ਸੁੰਦਰ ਸ਼ਾਹ ਰਹਿੰਦੇ ਹਨ। ਉਹਨਾਂ ਨੂੰ ਜਾ ਕੇ ਦਰਸ਼ਨ ਦੇਣੇ, ਉਹਨਾਂ ਨੂੰ ਮਿਲਣਾ, ਉਹਨਾਂ ਦੇ ਨਾਲ ਸਰੀਰ ਤਿਆਗਣਾ ਹੈ। ਮੇਰੇ ਤੋਂ ਪਿੱਛੋਂ ਇਹ ਤੁਹਾਡਾ ਸੇਵਾਦਾਰ ਲਾਲ ਚੰਦ ਮੇਰਾ ਪੁੱਤਰ ਸੇਵਾ ਕਰੇਗਾ। ਇਹਦੇ 'ਤੇ ਕਿਰਪਾ ਬਣਾਈ ਰੱਖਣੀ, ਸਾਨੂੰ ਪੁਸਤੈਨੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ। ਹੋਰ ਕੁਛ ਨਹੀਂ, ਤੁਹਾਡੇ ਚਰਨਾਂ ਦੀ ਸਿੱਖੀ ਪ੍ਰਾਪਤ ਹੋ ਜਾਵੇ। ਬਾਬਾ ਵਿਧੀ ਚੰਦ ਜੀ ਸਤਿਗੁਰਾਂ ਦੇ ਕੋਲੋਂ ਸਿੱਖੀ ਦੀ ਜਾਚਨਾ ਕਰਦੇ ਹੈ। ਅੱਗੇ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਰ ਮੋਰ ਮਹਿ ਭੇਦ ਨ ਕੋਈ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਲਾਲ ਚੰਦ ਦੀ ਬਾਂਹ ਫੜ ਲਈ, ਕਹਿਣ ਲੱਗੇ ਇਹ ਹੁਣ ਗੁਰੂ ਘਰ 'ਚ ਤੁਹਾਡਾ ਪੁੱਤਰ ਸੇਵਾ ਕਰੇਗਾ ਤੇ ਤੁਹਾਡੇ ਸਾਡੇ 'ਚ ਵਿਧੀ ਚੰਦ ਜੀ ਹੁਣ ਕੋਈ ਫਰਕ ਨਹੀਂ ਰਹਿ ਗਿਆ। ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਗੁਰੂ ਕਾ ਸਿੱਖ ਤੇ ਸਿੱਖ ਕਹਿਣ ਨੂੰ ਦੋ ਹੁੰਦੇ ਨੇ। ਸਿੱਖ ਨੂੰ ਸਿੱਖ ਕਹਿੰਦੇ ਨੇ, ਗੁਰੂ ਨੂੰ ਗੁਰੂ ਕਹਿੰਦੇ ਨੇ, ਪਰ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਗੁਰਸਿੱਖਾਂ ਵਿੱਚ ਗੁਰੂ ਵਰਤ ਜਾਂਦਾ ਹੈ। ਗੁਰੂ ਤੇ ਸਿੱਖ 'ਚ ਕੋਈ ਫਰਕ ਨਹੀਂ ਹੁੰਦਾ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਤੋਰ ਮੋਰ ਮੈਂ ਭੇਦ ਨਾ ਕੋਈ। ਤੇਰੇ ਮੇਰੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਰਹਿ ਗਿਆ। ਗੁਰਸਿੱਖ ਨਾਮ ਰਹੇ ਅਬਦੋਈ। ਗੁਰੂ ਤੇ ਸਿੱਖ ਨਾਮ ਦੋ ਰਹਿ ਗਏ ਨੇ, ਆਤਮਾ ਇੱਕ ਹੋ ਗਈ ਹੈ। ਤੇਰਾ ਤੇ ਸਾਡਾ ਹੁਣ ਕੋਈ ਫਰਕ ਨਹੀਂ ਹੈ। ਅਸੀਂ ਤੇ ਤੁਸੀਂ ਇੱਕੋ ਰੂਪ ਹਾਂ। ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹ ਬਚਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਕਰ ਰਹੇ ਹਨ। ਰੂਪ ਏਕ ਮੇਰੇ ਸੰਗ ਭਇਓ। ਮਹਾਰਾਜ ਕਹਿੰਦੇ ਦਾਸ ਅਨੰਨ ਮੇਰੋ ਨਿਜ ਰੂਪ। ਮੇਰਾ ਸੇਵਕ ਮੇਰਾ ਹੀ ਰੂਪ ਹੈ, ਤੂੰ ਮੇਰੇ ਨਾਲ ਅਭੇਦ ਹੋ ਗਿਆ ਹੈ। ਗੁਰ ਕਰ ਕਾਜ ਬਹੁਤ ਤੈ ਕੀਓ। ਤੂੰ ਗੁਰੂ ਘਰ ਦੇ ਬੇਅੰਤ ਕੰਮ ਕੀਤੇ ਹਨ, ਗੁਰੂ ਘਰ ਦੀ ਬੜੀ ਸੇਵਾ ਕੀਤੀ। ਬਾਬਾ ਵਿਧੀ ਚੰਦ ਜਦੋਂ ਦੇ ਗੁਰੂ ਘਰ ਦੇ ਵਿੱਚ ਆਏ ਨੇ, 24 ਸਾਲ ਦੀ ਉਮਰ ਦੱਸਦੇ ਨੇ, ਜਦੋਂ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਕੋਲ ਆਏ ਸਨ। ਆਪ ਜੀ ਕਿਉਂਕਿ ਇਹਨਾਂ ਦਾ ਜਨਮ ਪਿੰਡ ਛੀਨਾ ਸੀ, ਗੋਤ ਵੀ ਛੀਨਾ ਦੱਸਦੇ ਹਨ। ਤੋ ਸਾਧ ਸੰਗਤ ਜੀ ਛੀਨੇ ਤੋਂ ਇਹ ਆਪਣੇ ਨਾਨਕੇ ਇਹਨਾਂ ਦੇ ਸਰਹਾਲੀ ਸਨ ਅਤੇ ਸਰਹਾਲੀ ਪਿੰਡ ਦੀਆਂ ਹੀ ਮੱਝਾਂ ਚੋਰੀ ਕਰ ਲਈਆਂ। ਬਚਪਨ ਵਿੱਚ ਹੀ ਚੋਰਾਂ ਦੀ ਸੰਗਤ ਮਿਲ ਗਈ ਅਤੇ ਬੜੇ ਨਾਮੀ ਚੋਰ ਬਣ ਗਏ। ਚੋਰੀ ਕਰਨੀ, ਘੋੜੀਆਂ, ਮੱਝਾਂ, ਇਸ ਤਰ੍ਹਾਂ ਦੀ ਉਹਨਾਂ ਦਿਨਾਂ 'ਚ ਚੋਰੀ ਹੁੰਦੀ ਸੀ। ਸਰਹਾਲੀ ਪਿੰਡ ਤੋਂ ਮੱਝਾਂ ਕੱਢੀਆਂ ਅਤੇ ਰਾਤ ਦਾ ਸਮਾਂ ਸੀ, ਪਿੰਡ ਦੇ ਲੋਕ ਜਾਗ ਪਏ, ਬਾਹਰ ਪਿੱਛੇ ਲੱਗ ਗਈ। ਬਾਬਾ ਜੀ ਮੱਝਾਂ ਨੂੰ ਹੱਕਦੇ ਹੱਕਦੇ ਜਿਹੜਾ ਚੋਲੇ ਸਾਹਿਬ ਦੇ ਲਾਗੇ ਅਸਥਾਨ ਬਣਿਆ ਹੋਇਆ, ਦਾਸ ਨੇ ਇੱਕ ਵਾਰੀ ਬਹੁਤ ਚਿਰ ਹੋ ਗਏ, ਅੱਜ ਤੋਂ 15-16 ਸਾਲ ਪਹਿਲਾਂ ਦਰਸ਼ਨ ਕੀਤੇ ਸਨ। ਉੱਥੇ ਕੱਚਾ ਛੱਪੜ ਸੀ, ਹੁਣ ਸਰੋਵਰ ਬਣ ਚੁੱਕਾ ਹੈ। ਬਾਬਾ ਬਿਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ ਮਹਾਂਪੁਰਸ਼ਾਂ ਨੇ ਉਸ ਅਸਥਾਨ ਦੀ ਸੇਵਾ ਕਰਾਈ ਹੈ। ਸੋ ਉੱਥੇ ਬਾਬੇ ਅਦਲੀ ਜੀ ਇੱਕ ਮਹਾਂਪੁਰਸ਼ ਬਾਣੀ ਪੜ੍ਹਦੇ, ਨਾਮ ਜਪਦੇ, ਭਜਨ ਬੰਦਗੀ ਕਰਿਆ ਕਰਦੇ ਸਨ। ਉਹਨਾਂ ਦੇ ਕੋਲ ਪਹੁੰਚ ਕੇ ਬਾਬਾ ਵਿਧੀ ਚੰਦ ਜੀ ਬਾਬੇ ਅਦਲੀ ਦੇ ਪੈਰ ਫੜ ਲਏ, ਕਹਿਣ ਲੱਗੇ ਬਾਬਾ ਜੀ ਮੇਰੀ ਜਾਨ ਬਚਾਓ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਮੇਰੇ ਪਿੱਛੇ ਵਾਰ ਲੱਗੀ ਆ, ਡਾਂਗਾਂ ਸੋਟੇ ਬੱਚੇ ਫੜੇ ਹਨ। ਮੈਂ ਮੱਝਾਂ ਚੋਰੀ ਕਰਕੇ ਲਿਆਇਆ ਅਤੇ ਉਹ ਹੁਣ ਮੈਨੂੰ ਮਾਰ ਦੇਣਗੇ। ਅੱਜ ਮੇਰੀ ਜਾਨ ਬਚਾ ਲਓ, ਅੱਗੇ ਨੂੰ ਸੁਮਾਰਗ ਪਾ ਲਓ। ਕਹਿੰਦੇ ਬਾਬਾ ਅਦਲੀ ਜੀ ਕਹਿਣ ਲੱਗੇ ਸਾਡੇ ਕੋਲ ਬਹਿ ਜਾ ਅਤੇ ਵਾਹਿਗੁਰੂ ਦਾ ਸਿਮਰਨ ਕਰ ਅਤੇ ਮੱਝਾਂ ਸਰੋਵਰ 'ਚ ਵਾੜ ਦੇ। ਕੱਚੇ ਛੱਪੜ ਵਿੱਚ ਸਰੋਵਰ ਦੇ ਵਿੱਚ ਵਾੜ ਦਿੱਤੀਆਂ ਮੱਝਾਂ। ਇੰਨੇ ਨੂੰ ਪਿੰਡ ਵਾਲੇ ਆ ਗਏ। ਉਹ ਕਹਿੰਦੇ ਬਾਬਾ ਜੀ ਤੁਸੀਂ ਕੋਈ ਚੋਰ ਤਾਂ ਨਹੀਂ ਵੇਖਿਆ? ਬਾਬਾ ਜੀ ਕਹਿੰਦੇ ਤੁਹਾਡੇ ਸਾਹਮਣੇ ਹੀ ਆ ਭਾਈ ਜੋ ਕੁਛ। ਝੂਠ ਵੀ ਨਹੀਂ ਬੋਲਿਆ। ਮਹਾਂਪੁਰਸ਼ ਦੀ ਖੇਡ ਹੁੰਦੀ। ਇਹ ਨਹੀਂ ਕਿਹਾ ਵੀ ਅਸੀਂ ਨਹੀਂ ਵੇਖਿਆ, ਇਹ ਵੀ ਨਹੀਂ ਕਿਹਾ ਅਸੀਂ ਵੇਖਿਆ। ਕਹਿੰਦੇ ਭਾਈ ਤੁਹਾਡੇ ਸਾਹਮਣੇ ਹੀ ਹੈ। ਜਦੋਂ ਇਹ ਬਚਨ ਕਹੇ, ਮੱਝਾਂ ਵੇਖੀਆਂ, ਜਿਹੜੀਆਂ ਭੂਰੀਆਂ ਸਨ ਉਹ ਕਾਲੀਆਂ, ਜਿਹੜੀਆਂ ਕਾਲੀਆਂ ਸਨ ਉਹ ਭੂਰੀਆਂ, ਜਿਨ੍ਹਾਂ ਦੇ ਸਿੰਘ ਲੰਮੇ ਸਨ ਉਹ ਕੁੰਡੇ, ਜਿਨ੍ਹਾਂ ਦੇ ਕੁੰਡੇ ਸਨ ਉਹ ਲੰਮੇ ਨਜ਼ਰ ਆਏ। ਹੋਰ ਦਾ ਹੋਰ ਹੀ ਰੂਪ, ਮੱਝਾਂ ਪਛਾਣੀਆਂ ਨਹੀਂ ਗਈਆਂ। ਕਹਿਣ ਲੱਗੇ ਇਹ ਮੱਝਾਂ ਦੇ ਸਾਡੀਆਂ ਨਹੀਂ,
ਚਲੇ ਗਏ ਵਾਪਸ। ਬਾਬਾ ਬਿਧੀ ਚੰਦ ਬੜਾ ਹੈਰਾਨ ਹੋਇਆ ਮਹਾਂਪੁਰਸ਼ਾਂ ਦੀ ਪ੍ਰਤੱਖ ਕਲਾ ਵੇਖ ਕੇ, ਚਰਨਾਂ 'ਤੇ ਢਹਿ ਕੇ ਕਹਿਣ ਲੱਗਾ, ਮੈਨੂੰ ਆਪਣਾ ਸੇਵਕ ਬਣਾ ਲਓ, ਸਿੱਖ ਬਣਾ ਲਓ। ਬਾਬਾ ਅਦਲੀ ਜੀ ਕਹਿੰਦੇ, ਮੈਂ ਤਾਂ ਆਪ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ। ਸਿੱਖ ਬਣਾਉਣ ਦਾ ਕੰਮ ਤੇ ਗੁਰੂ ਸਾਹਿਬ ਕਰਦੇ, ਮੈਂ ਤਾਂ ਸਿੱਖ ਆਪ ਜੇ ਬਣਨਾ, ਚੱਲ ਮੇਰੇ ਗੁਰੂ ਦੇ ਕੋਲ। ਅਤੇ ਫਿਰ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਲਿਆ ਕੇ ਇਸ ਨੌਜਵਾਨ ਬਿਧੀ ਚੰਦ ਨੂੰ ਹਾਜ਼ਰ ਕਰਤਾ। ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਸ ਨੂੰ ਸਿੱਖ ਬਣਾ ਲਓ। ਮਹਾਰਾਜ ਕਹਿੰਦੇ, ਕਾਕਾ ਕੰਮ ਕੀ ਕਰਦਾ? ਕਹਿੰਦਾ, ਜੀ ਚੋਰੀ ਕਰੀ ਦੀ ਹੈ। ਮਹਾਰਾਜ ਕਹਿੰਦੇ, ਫਿਰ ਚੋਰੀ ਕਰਨੀ ਛੱਡ ਦੇ। ਕਹਿਣ ਲੱਗਾ, ਮਹਾਰਾਜ ਆਦਤ ਪੈ ਚੁੱਕੀ ਹੈ, ਮੈਂ ਕਹਿ ਨਹੀਂ ਸਕਦਾ ਵੀ ਮੈਂ ਚੋਰੀ ਛੱਡ ਦਿਆਂਗਾ। ਤੁਸੀਂ ਛਡਾ ਲਓਗੇ ਤਾਂ ਛੁੱਟ ਜਾਏਗੀ, ਪਰ ਮੈਂ ਤੁਹਾਨੂੰ ਵਾਅਦੇ ਕਰਕੇ ਨਹੀਂ ਕਹਿ ਸਕਦਾ ਵੀ ਮੈਂ ਚੋਰੀ ਛੱਡ ਦਿਆਂਗਾ। ਸਤਿਗੁਰੂ ਹੱਸ ਪਏ, ਕਹਿਣ ਲੱਗੇ, ਚੰਗਾ ਤੇਰੀ ਵੀ ਲੋੜ ਪਵੇਗੀ। ਗੁਰੂ ਘਰ 'ਚ ਰੱਖ ਲਿਆ, ਜੀਵਨ ਹੀ ਬਦਲ ਦਿੱਤਾ। ਕਿਤੇ ਨਾਮੀ ਚੋਰ, ਕਿਤੇ ਤੇ ਬਣ ਗਏ ਬ੍ਰਹਮ ਗਿਆਨੀ। ਬਾਬਾ ਬਿਧੀ ਚੰਦ ਸਾਹਿਬ ਜੀ ਅੰਤਰ ਪ੍ਰਕਾਸ਼ ਹੋ ਗਿਆ, ਬਹੁਤ ਉੱਚੀ ਅਵਸਥਾ 'ਚ ਪਹੁੰਚ ਗਏ। ਗੁਰਬਾਣੀ ਵੀ ਲਿਖਦੇ ਸਨ, ਬਾਣੀ ਦਾ ਕੀਰਤਨ ਪਾਠ ਭਜਨ ਕਰਦੇ ਰਹਿੰਦੇ, ਸੇਵਾ ਸਿਮਰਨ 'ਚ ਪ੍ਰਪੱਕ। ਅਤੇ ਜੇ ਜੰਗ ਯੁੱਧ ਦਾ ਮੋਰਚਾ ਹੋਵੇ ਤਾਂ ਸਭ ਤੋਂ ਅੱਗੇ। ਬਾਦਸ਼ਾਹ ਦੇ ਕਿਲ੍ਹੇ ਵਿੱਚੋਂ ਲਾਹੌਰੋਂ ਘੋੜੇ ਕੱਢ ਕੇ ਲਿਆਣੇ ਕੋਈ ਸੌਖਾ ਕੰਮ ਨਹੀਂ, ਬਾਬਾ ਬਿਧੀ ਚੰਦ ਹੀ ਕਰ ਸਕੇ ਹਨ। ਪੱਟੀਓਂ ਦੁਸ਼ਾਲੇ ਲੈ ਕੇ ਆਂਦੇ, ਬਾਬਾ ਬਿਧੀ ਚੰਦ ਹੀ ਇਹ ਕੰਮ ਕਰ ਸਕੇ ਹੈ। ਸੋ ਬੜੇ ਸੂਰਮੇ, ਬੜੇ ਯੋਧੇ ਸਨ। ਆਗੇ ਲਾਲ ਚੰਦ ਅਬ ਸੇਵਾ ਹੈ। ਮਹਾਰਾਜ ਕਹਿੰਦੇ, ਜਿਵੇਂ ਤੂੰ ਸਾਡੀ ਸੇਵਾ ਕੀਤੀ ਹੈ ਪੰਜਵੇਂ ਪਾਤਸ਼ਾਹ ਦੇ ਸਮੇਂ ਵੀ ਔਰ ਸਾਡੇ ਸਮੇਂ ਵੀ, ਤੇਰਾ ਪੁੱਤਰ ਅੱਗੇ ਆਉਣ ਵਾਲੇ ਗੁਰੂ ਸਾਹਿਬਾਂ ਦੀ ਸੇਵਾ ਕਰੇਗਾ। ਹਮ ਪਾਛੇ ਗੁਰਤਾ ਜੋ ਲੇਵ ਹੈ। ਜਿਹੜੇ ਸਾਡੇ ਤੋਂ ਬਾਅਦ ਗੁਰਤਾ ਗੱਦੀ ਲੈਣਗੇ, ਉਹਨਾਂ ਗੁਰੂ ਸਾਹਿਬਾਂ ਦੇ ਕੋਲ ਤੁਹਾਡਾ ਪੁੱਤਰ ਲਾਲ ਚੰਦ ਸੇਵਾ ਕਰੇਗਾ। ਬਾਬੇ ਲਾਲ ਚੰਦ ਜੀ ਨੇ 7ਵੇਂ, 8ਵੇਂ, 9ਵੇਂ ਅਤੇ 10ਵੇਂ ਪਾਤਸ਼ਾਹ ਦੀ ਸੇਵਾ ਕੀਤੀ ਹੈ। ਜਦੋਂ ਭੰਗਾਣੀ ਦਾ ਜੰਗ ਹੋਇਆ, ਉਹਦੇ ਵਿੱਚ ਬਾਬਾ ਲਾਲ ਚੰਦ ਜੀ ਹਾਜ਼ਰ ਹੋਏ। ਕੋਪਿਓ ਲਾਲ ਚੰਦਨ ਕੀਏ ਲਾਲ ਰੂਪੰ। 10ਵੇਂ ਪਾਤਸ਼ਾਹ ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਆਪਣੀ ਪਵਿੱਤਰ ਕਲਮ ਨਾਲ ਲਿਖਿਆ, ਕੋਪਿਓ ਲਾਲ ਚੰਦਨ। ਬਾਬਾ ਲਾਲ ਚੰਦ ਜੀ ਵੀਰ ਰਸ 'ਚ ਆ ਕੇ ਵੈਰੀ ਨਾਲ ਲੜੇ। ਕੀਓ ਲਾਲ ਰੂਪੰ, ਆਪਣਾ ਅੱਖਾਂ ਲਾਲ ਕਰਕੇ, ਜੋ ਯੋਧੇ ਦਾ ਚਿਹਰਾ ਲਾਲੋ ਲਾਲ ਹੋ ਜਾਂਦਾ, ਇੱਦਾਂ ਕੀਓ ਲਾਲ ਰੂਪੰ। ਬਾਬਾ ਬਿਧੀ ਚੰਦ ਜੀ ਦੇ ਪੁੱਤਰ ਬਾਬਾ ਲਾਲ ਚੰਦ ਜੀ ਭੰਗਾਣੀ ਦੇ ਜੰਗ ਵਿੱਚ ਜੂਝੇ ਸਨ। 10ਵੇਂ ਪਾਤਸ਼ਾਹ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸ੍ਰੀ ਸਾਹਿਬ ਤੇਗ ਦਿੱਤੀ ਸੀ। ਤਾਂ ਮਹਾਰਾਜ ਕਹਿੰਦੇ ਹਨ 6ਵੇਂ ਪਾਤਸ਼ਾਹ, ਸਾਡੇ ਤੋਂ ਬਾਅਦ ਜਿਹੜੇ ਗੁਰਤਾ ਗੱਦੀ ਤੇ ਗੁਰੂ ਸਾਹਿਬ ਬਿਰਾਜਣਗੇ, ਸਦਾ ਸਾਂਝ ਤੇਰੀ ਪੁਸ਼ਤੈਨੀ, ਉਹਨਾਂ ਨਾਲ ਬਿਧੀ ਚੰਦ ਤੇਰੀ ਪੁਸ਼ਤੈਨੀ ਸਾਂਝ ਚੱਲੇਗੀ। ਪੁੱਤਰ ਪੋਤਰੇ ਪੜਪੋਤਰੇ ਗਾਂ ਦੀ ਗਾਂ ਜਿਹੜੇ ਨੇ, ਉਹ ਗੁਰੂ ਮਹਾਰਾਜ ਦੇ ਘਰ ਦੇ ਸੇਵਕ ਹੋਣਗੇ। ਇਹ ਪਿਛਲੀ ਸਦੀ ਵਿੱਚ ਸਾਧ ਸੰਗਤ ਜੀ, ਬਾਬਾ ਬਿਧੀ ਚੰਦ ਜੀ ਦੀ 10ਵੀਂ ਪੀੜ੍ਹੀ ਬਾਬਾ ਸੋਹਣ ਸਿੰਘ ਜੀ ਹੋਏ ਮਹਾਂਪੁਰਸ਼। ਉਹਨਾਂ ਨੇ 3 ਵਾਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੀ ਪੈਦਲ ਯਾਤਰਾ ਕੀਤੀ, ਘੋੜੇ ਦਲ ਪੰਥ ਲਿਜਾ ਕੇ ਬੜੇ ਹੱਠ ਤੱਪ ਨਾਲ। ਬ੍ਰਹਮ ਗਿਆਨੀ ਬਾਬਾ ਮਿਤ ਸਿੰਘ ਸਾਹਿਬ ਜੀ ਦੀ ਸੰਗਤ ਵੀ ਹਜ਼ੂਰ ਸਾਹਿਬ ਜਾ ਕੇ ਕੀਤੀ ਅਤੇ ਆਪਣੇ ਸਪੁੱਤਰ ਬਾਬਾ ਦਇਆ ਸਿੰਘ ਸਾਹਿਬ ਜੀ ਨੂੰ ਉੱਥੇ ਵਿੱਦਿਆ ਪੜ੍ਹਨੇ ਪਾ ਕੇ ਆਏ। ਅੱਗੇ ਉਹਨਾਂ ਦੇ ਪੁੱਤਰ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਪੰਥ ਦੀ ਸੇਵਾ ਨਿਭਾਈ ਹੈ। ਪਿਛਲੇ 4-5 ਸਾਲ ਹੋਏ ਨੇ ਉਹ ਸੱਚਖੰਡ ਗਮਨ ਕਰਕੇ। ਹੁਣ ਉਹਨਾਂ ਦੇ ਸਪੁੱਤਰ ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਸੰਪਰਦਾ ਉਸੇ ਤਰ੍ਹਾਂ ਚੱਲੀ ਆਉਂਦੀ ਹੈ। ਸੁਰ ਸਿੰਘ ਨਗਰ 'ਚ ਨਿਵਾਸ ਰੱਖਦੇ, ਬਹੁਤ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੀ ਬਿਲਡਿੰਗਾਂ ਦੀ ਕਾਰ ਸੇਵਾ ਕਰਵਾਉਂਦੇ ਨੇ। ਲੋ ਲੰਗਰ ਦਾ ਕੋਈ ਅੰਤ ਨਹੀਂ, ਦਲ ਪੰਥ ਚੱਲਦਾ ਹੈ। ਸੇਵਾ ਸਿਮਰਨ ਦਾ ਪ੍ਰਵਾਹ, ਅਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ, ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ, ਜਪ ਤਪ ਜੋ ਗੁਰਸਿੱਖੀ ਦੀ ਮਰਜ਼ਾਦਾ ਹੈ ਉਹ ਨਿਭਾਉਂਦੇ ਹਨ। ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਗੁਰੂ ਘਰ ਨਾਲ ਸਾਂਝ ਬਣੀ ਰਹੇਗੀ, ਪੁਸ਼ਤੈਨੀ ਸਾਂਝ ਬਣੀ ਰਹੇਗੀ।
ਨਿਭੈ ਗੁਰ ਕਰ ਸੰਗ ਸੁਖੈਨੀ। ਗੁਰੂ ਘਰ ਦੇ ਨਾਲ ਨਿਭੇਗੀ, ਸੌਖੀ ਨਿਭੇਗੀ। ਇਤਿਆਦਿਕ ਕਹਿ ਕਰਿਓ ਵਿਸਰਜਨ। ਇਸ ਤਰ੍ਹਾਂ ਬਚਨ ਕਰਕੇ ਬਾਬਾ ਵਿਧੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਤਮ ਵਿਦਾਇਗੀ ਦਿੱਤੀ ਹੈ। ਬਾਰ ਬਾਰ ਹੈ ਰਤ ਕਰ ਅਰਜਨ। ਤੇ ਬਾਬਾ ਵਿਧੀ ਚੰਦ ਜੀ ਦੋਵੇਂ ਹੱਥ ਜੋੜ ਕੇ ਨਾ ਬਾਰ-ਬਾਰ ਗੁਰੂ ਸਾਹਿਬ ਦੇ ਮੁਖਾਰ ਬਿੰਦ ਵੱਲ ਵੇਖਦੇ ਹਨ ਵੀ ਰੱਜ ਕੇ ਦਰਸ਼ਨ ਕਰ ਲਵਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਆਪਣੇ ਹਿਰਦੇ 'ਚ ਹੀ ਵਸਾ ਲਿਆ ਹੈ। ਚਰਨ ਸਰੋਜ ਨ ਮੋਹ ਕਰ ਚਲਿਓ। ਤੇ ਬਾਬਾ ਵਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕਮਲ ਵਰਗੇ ਸੋਹਣੇ ਚਰਨਾਂ ਤੇ ਬੜੀ ਨਿਮਰਤਾ ਨਾਲ ਮੱਥਾ ਟੇਕਿਆ ਤੇ ਨਮਸਕਾਰ ਕਰਕੇ ਤੁਰ ਪਏ ਹਨ। ਕਮਲ ਬਿਲੋਚਨ ਤੇ ਜਲ ਢਲਿਓ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ 'ਚ ਜਲ ਆ ਗਿਆ। ਸਾਧ ਸੰਗਤ ਜੀ, ਜਦੋਂ ਬਾਬਾ ਵਿਧੀ ਚੰਦ ਜੀ ਤੁਰਨ ਲੱਗੇ ਨਾ, ਆਹਾ ਪਿਆਰੇ ਸਿੱਖਾਂ ਨਾਲ ਗੁਰੂ ਕਿੰਨਾ ਪਿਆਰ ਕਰਦਾ ਹੈ। ਜਿਵੇਂ ਮਾਂ ਬਾਪ ਆਪਣੇ ਬੱਚਿਆਂ ਨੂੰ ਪਿਆਰ ਕਰਦੇ, ਇਵੇਂ ਸਿੱਖ ਨੂੰ ਗੁਰੂ ਪਿਆਰ ਕਰਦਾ। ਤੇ ਸਤਿਗੁਰਾਂ ਦੇ ਵਿਛੋੜੇ ਵਿੱਚ ਬਾਬਾ ਵਿਧੀ ਚੰਦ ਜੀ ਦੀਆਂ ਅੱਖਾਂ 'ਚ ਵੀ ਜਲ ਆ ਗਿਆ। ਸਾਹਿਬ ਭਾਨੇ ਆਦਿ ਕਨੇਰੇ। ਬਾਬਾ ਬੁੱਢਾ ਸਾਹਿਬ ਦੇ ਪੁੱਤਰ ਭਾਈ ਭਾਨਾ ਜੀ ਵੀ ਉੱਥੇ ਬੈਠੇ ਸਨ। ਭਾਈ ਜੋਧ ਸ਼ਾਹ ਵੀ ਉੱਥੇ ਬੈਠਾ ਸੀ। ਭਾਈ ਜਾਤੀ ਮਲਕ ਉੱਥੇ ਬੈਠਾ ਸੀ। ਗੁਰੂ ਘਰ ਦੇ ਹੋਰ ਬੜੇ ਬੜੇ ਨਾਮੀ ਗੁਰਸਿੱਖ ਉੱਥੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠੇ ਸਨ। ਜਦੋਂ ਬਾਬਾ ਵਿਧੀ ਚੰਦ ਜੀ ਵਿਦਾ ਹੋਣ ਲੱਗੇ ਹਨ, ਜੋਧ ਰਾਏ ਸੋ ਮਿਲਤ ਸਵੇਰੇ। ਭਾਈ ਭਾਨੇ ਨੂੰ ਮਿਲੇ ਹਨ, ਭਾਈ ਜੋਧ ਸ਼ਾਹ ਨੂੰ ਮਿਲੇ ਹਨ ਭਾਈ ਵਿਧੀ ਚੰਦ ਜੀ। ਲੈ ਕਰ ਖੁਸ਼ੀ ਸਬਨ ਤੇ ਚਾਲਾ। ਸਾਰੇ ਗੁਰਸਿੱਖਾਂ ਨੂੰ ਅੰਤਮ ਫਤਿਹ ਬੁਲਾ ਕੇ, ਸਾਰਿਆਂ ਦੀ ਆਗਿਆ ਲੈ ਕੇ, ਸਾਰਿਆਂ ਤੋਂ ਖੁਸ਼ੀ ਲੈ ਕੇ ਬਾਬਾ ਵਿਧੀ ਚੰਦ ਜੀ ਚੱਲ ਪਏ ਹਨ। ਰੋਗ ਨ ਸੋਗ ਨ ਵਿਯੋਗ ਨ ਰਾਲਾ। ਐਸਾ ਬ੍ਰਹਮ ਗਿਆਨੀ ਮਹਾਂਪੁਰਸ਼ ਹੈ, ਨਾ ਮਨ ਵਿੱਚ ਰੋਗ ਹੈ, ਨਾ ਸੋਗ ਹੈ, ਨਾ ਵਿਯੋਗ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ। ਜਿਹੜੀ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਸਥਿਤੀ ਹੁੰਦੀ ਹੈ, ਉਹ ਪੂਰਨ ਹੈ। ਕਿਸੇ ਤਰ੍ਹਾਂ ਦਾ ਸੰਸਾਰ ਦਾ ਮੋਹ ਨਹੀਂ, ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਕੋਈ ਵਿਯੋਗ ਨਹੀਂ। ਰਾਲਾ ਭਾਵ ਥੋੜਾ ਜਿੰਨਾ ਵੀ, ਰੱਤੀ ਜਿੰਨਾ ਵੀ ਨਹੀਂ ਹੈ। ਸ਼੍ਰੀ ਹਰਗੋਬਿੰਦ ਮੂਰਤ ਸੁੰਦਰ। ਗੁਰੂ ਹਰਗੋਬਿੰਦ ਸਾਹਿਬ ਦਾ ਸੁੰਦਰ ਸਰੂਪ ਆਪਣੇ ਹਿਰਦੇ 'ਚ ਵਸਾ ਲਿਆ ਹੈ। ਕਰੀ ਟਿਕਾਵਨ ਤਬ ਔਰ ਅੰਦਰ। ਗੁਰੂ ਦੀ ਮੂਰਤ ਹਿਰਦੇ 'ਚ ਵਸਾ ਲਈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਸਾਹਿਬ ਦੇ ਸਰੂਪ ਨੂੰ ਹਿਰਦੇ 'ਚ ਵਸਾ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਚੱਲ ਪਏ ਹਨ। ਪ੍ਰੇਮ ਮਹਾਤਮ ਸ਼੍ਰੀ ਗੁਰ ਕੇਰਾ। ਆਹ ਕਵੀ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜਾ ਸਤਿਗੁਰਾਂ ਦੇ ਪ੍ਰਤੀ ਮਨ 'ਚ ਪ੍ਰੇਮ ਹੈ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਵਿਧੀ ਚੰਦ ਜੀ ਪ੍ਰੇਮੀ ਸਿੱਖ ਹਨ, ਗੁਰੂ ਦੇ ਪਿਆਰੇ ਹਨ। ਜਿਹੜਾ ਗੁਰੂ ਦੇ ਪ੍ਰੇਮ ਦਾ ਮਹਾਤਮ ਹੈ, ਪਏ ਗਿਆਨ ਪੀ ਰਹਿਓ ਬਡੇਰਾ। ਬ੍ਰਹਮ ਗਿਆਨ ਦੇ ਹੋਣ ਦੇ ਬਾਵਜੂਦ ਵੀ ਪ੍ਰੇਮ ਘਟਿਆ ਨਹੀਂ। ਅਕਸਰ ਦੁਨਿਆਵੀ ਤੌਰ ਤੇ ਇਦਾਂ ਸੋਚਦੇ ਲੋਕ ਵੀ ਹੁਣ ਸਾਨੂੰ ਬ੍ਰਹਮ ਗਿਆਨ ਹੋ ਗਿਆ, ਹੁਣ ਪ੍ਰੇਮ ਭਗਤੀ ਦੀ ਕੀ ਲੋੜ ਹੈ। ਕਈ ਲੋਕ ਬ੍ਰਹਮ ਗਿਆਨੀ ਗੱਲਾਂ ਬਾਤਾਂ ਨਾਲ ਹੀ ਬਣ ਜਾਂਦੇ ਆ। ਕਥਾ ਸਿੱਖ ਲਈ ਕਹਿੰਦੇ ਅਸੀਂ ਬ੍ਰਹਮ ਗਿਆਨੀ ਹਾਂ, 2-4 ਕਿਤਾਬਾਂ ਪੜ੍ਹ ਲਈਆਂ ਅਸੀਂ ਬ੍ਰਹਮ ਗਿਆਨੀ ਹਾਂ। ਨਹੀਂ ਸਾਧ ਸੰਗਤ ਜੀ, ਬ੍ਰਹਮ ਗਿਆਨੀ ਕੀ ਹੁੰਦਾ ਅਸੀਂ ਜਾਣ ਹੀ ਨਹੀਂ ਸਕਦੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ। ਭਾਈ ਸੰਤੋਖ ਸਿੰਘ ਜੀ ਕਿਉਂਕਿ ਬ੍ਰਹਮ ਗਿਆਨੀ ਸਨ, ਇਸ ਕਰਕੇ ਉਸ ਗੱਲ ਦਾ ਅਨੁਭਵ ਜਾਣਦੇ ਹਨ ਵੀ ਬ੍ਰਹਮ ਗਿਆਨ ਹੋਣ ਦੇ ਬਾਵਜੂਦ ਵੀ ਬਾਬਾ ਜੀ, ਬਾਬਾ ਵਿਧੀ ਚੰਦ ਸਾਹਿਬ ਜੀ ਦਾ ਗੁਰੂ ਨਾਲ ਪ੍ਰੇਮ ਨਹੀਂ ਘਟਿਆ। ਪ੍ਰੇਮ ਉੱਦਾਂ ਹੀ ਹੈ। ਹਾਂਜੀ, ਗਇਓ ਤੁਰਤ ਹੀ ਤਾਂ ਨੈ ਦੇਸ਼। ਕਹਿੰਦੇ ਬਾਬਾ ਵਿਧੀ ਚੰਦ ਜੀ ਬੜੀ ਛੇਤੀ ਨਾਲ ਅਯੁੱਧਿਆ ਦੇ ਇਲਾਕੇ ਵਿੱਚ, ਯੂਪੀ ਉੱਤਰ ਪ੍ਰਦੇਸ਼ ਵਿੱਚ ਪਹੁੰਚ ਗਏ ਹਨ, ਜਹ ਸਿੱਖ ਸੁੰਦਰ ਸ਼ਾਹ ਵਿਸ਼ੇਸ਼। ਜਿੱਥੇ ਦਿਓ ਨਗਰ ਦੇ ਵਿੱਚ, ਅਯੁੱਧਿਆ ਦੇ ਨੇੜੇ ਦੱਸਦੇ ਨੇ ਦਿਓ ਨਗਰ ਹੈ। ਉਹ ਦਿਓ ਨਗਰ ਵਿੱਚ ਉਹ ਮਹਾਂਪੁਰਸ਼ ਰਹਿੰਦਾ ਹੈ, ਬਹੁਤ ਕਰਨੀ ਵਾਲਾ ਸਾਧੂ, ਰਿੱਧੀਆਂ ਸਿੱਧੀਆਂ ਦਾ ਮਾਲਕ ਔਰ ਬਹੁਤ ਪਹੁੰਚਿਆ ਹੋਇਆ ਫਕੀਰ ਸੁੰਦਰ ਸ਼ਾਹ।
ਉਹਦੇ ਕੋਲ ਬਾਬਾ ਬਿਧੀ ਚੰਦ ਜੀ ਪਹੁੰਚ ਗਏ ਹਨ। ਜਿਮ ਜੋਗੀਸ਼ਰ ਲਾਏ ਸਮਾਦ, ਆਹ ਕਹਿੰਦੇ ਜਿਵੇਂ ਕੋਈ ਜੋਗੀ ਸਮਾਧੀ ਲਾ ਕੇ ਬਿਧੀ ਚੰਦ ਕੋ ਰਹਿਓ ਅਰਾਧ। ਆਰਾਧਨਾ ਕਰਦਾ ਹੈ, ਏਦਾਂ ਬਾਬਾ ਸੁੰਦਰ ਸ਼ਾਹ ਬਿਧੀ ਚੰਦ ਜੀ ਨੂੰ ਆਰਾਧਦਾ ਹੈ। ਸਿਮਰਨ ਸਤਨਾਮ ਮੁਖ ਅੰਤਰ, ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਆਪਣੇ ਮੁਖ ਵਿੱਚ ਕਰਦਾ ਹੈ। ਗੁਰੂ ਪਰਾਇਣ ਬੈਠ ਨਿਰੰਤਰ, ਗੁਰੂ ਆਸਰੇ ਹੋ ਕੇ ਬੈਠਾ ਵੀ ਜਦੋਂ ਬਾਬਾ ਬਿਧੀ ਚੰਦ ਜੀ ਆਉਣਗੇ ਉਦੋਂ ਮੈਂ ਸਰੀਰ ਛੱਡਾਂਗਾ, ਕਿਉਂਕਿ ਬਾਬਾ ਬਿਧੀ ਚੰਦ ਜੀ ਨੇ ਵਾਅਦਾ ਕੀਤਾ ਵੀ ਅਸੀਂ ਤੇਰੇ ਕੋਲ ਆਵਾਂਗੇ, ਆਪਾਂ ਦੋਵਾਂ ਨੇ ਇਕੱਠੇ ਹੀ ਚੋਲਾ ਛੱਡਣਾ। ਉਹ ਮੁਸਲਮਾਨ ਹੈ, ਇਹ ਗੁਰੂ ਕੇ ਸਿੱਖ ਹਨ, ਪਰ ਪ੍ਰੇਮ ਦੋਵਾਂ ਦਾ ਬਹੁਤ ਜ਼ਿਆਦਾ ਗੂੜਾ ਹੈ। ਸੁੰਦਰ ਸ਼ਾਹ ਨੇ ਕਿਹਾ ਸੀ ਮੇਰੀ ਤਾਂ ਇੰਨੀ ਕੁ ਇੱਛਾ ਹੈ ਵੀ ਜਦੋਂ ਮੇਰਾ ਅੰਤ ਸਮਾਂ ਆਵੇ ਉਦੋਂ ਤੁਸੀਂ ਮੇਰੇ ਕੋਲ ਹੋਵੋ, ਤੇ ਬਾਬਾ ਬਿਧੀ ਚੰਦ ਨੇ ਕਿਹਾ ਸੀ ਸਾਡਾ ਅੰਤ ਸਮਾਂ ਹੀ ਇਕੱਠਾ, ਇੱਕੋ ਟਾਈਮ, ਇੱਕੋ ਘੜੀ, ਇੱਕੋ ਮਿੰਟ, ਇੱਕੋ ਪਲ ਹੋਵੇਗਾ ਜਦੋਂ ਸਰੀਰ 'ਚੋਂ ਪ੍ਰਾਣ ਨਿਕਲਣਗੇ, ਤੇ ਉਸ ਵੇਲੇ ਅਸੀਂ ਆਪੇ ਆ ਜਾਵਾਂਗੇ। ਕਿਥੇ ਕੀਰਤਪੁਰ ਸਾਹਿਬ ਤੇ ਕਿਤੇ ਸਾਧ ਸੰਗਤ ਜੀ ਯੂਪੀ 'ਚ ਅਯੁੱਧਿਆ ਦੀ ਨਗਰੀ ਦੇ ਲਾਗੇ ਦਿਓ ਨਗਰ, ਉੱਥੇ ਪਹੁੰਚ ਗਏ ਬਾਬਾ ਬਿਧੀ ਚੰਦ ਜੀ। ਕਹਿਓ ਜਾਏ ਉਠੀਐ ਮਮ ਪਿਆਰੇ, ਜਦੋਂ ਸਮਾਧੀ 'ਚ ਜਾ ਕੇ ਬੈਠੇ ਨੂੰ ਵੇਖਿਆ, ਸੁੰਦਰ ਸ਼ਾਹ ਧਿਆਨ 'ਚ ਬੈਠਾ, ਤੇ ਬਾਬਾ ਬਿਧੀ ਚੰਦ ਜੀ ਨੂੰ ਉਡੀਕ ਰਿਹਾ ਵੀ ਕਦੋਂ ਮਹਾਂਪੁਰਸ਼ ਆਉਂਦੇ ਨੇ ਤੇ ਸਾਡਾ ਅੰਤ ਸਮਾਂ ਹੁੰਦਾ। ਬਾਬਾ ਬਿਧੀ ਚੰਦ ਜੀ ਜਾ ਪਹੁੰਚੇ ਤੇ ਜਾ ਕੇ ਕਹਿੰਦੇ ਮੇਰੇ ਪਿਆਰੇ ਬਾਬਾ ਸੁੰਦਰ ਸ਼ਾਹ ਜੀ ਉਠੋ, ਚਲ ਆਇਓ ਇਤ ਹੇਤ ਤੁਹਾਰੇ। ਦੇਖੋ ਤੁਹਾਡੇ ਪ੍ਰੇਮ ਦੇ ਬੱਝੇ ਅਸੀਂ ਆ ਗਏ ਹਾਂ, ਤੁਹਾਡੇ ਨਾਲ ਜਿਹੜਾ ਅਸੀਂ ਵਾਅਦਾ ਕੀਤਾ ਸੀ ਵੀ ਅੰਤ ਸਮਾਂ ਇਕੱਠਾ ਆਵੇਗਾ, ਅਸੀਂ ਆ ਗਏ ਹਾਂ ਤੁਹਾਡੇ ਕੋਲ। ਜੋ ਤਕਰਾਰ ਤੋਹੇ ਸੰਗ ਕੀਨੋ, ਜੋ ਇਕਰਾਰ ਬਾਬਾ ਸੁੰਦਰ ਸ਼ਾਹ ਜੀ ਤੁਹਾਡੇ ਨਾਲ ਕੀਤਾ ਸੀ ਉਹ ਆਪਣਾ ਵਾਅਦਾ ਪੂਰਾ ਕਰਨ ਲਈ ਆਏ ਆ। ਪਹੁੰਚਿਓ ਆਨ ਸਮਾ ਸੋਚੀਨੋ, ਔਰ ਨਾਲੇ ਉਹ ਸਮਾਂ ਵੀ ਜਿਹੜਾ ਆਉਣਾ ਸੀ ਆ ਗਿਆ ਹੈ। ਇਹ ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਜੰਤੂ, ਰਾਜੇ ਮਹਾਰਾਜੇ, ਗਰੀਬ ਅਮੀਰ, ਵੱਡੇ ਛੋਟੇ, 84 ਲੱਖ ਜੂਨਾਂ ਦੇ ਆਏ ਨੇ, ਅੰਤ ਸਮਾਂ ਸਭ ਤੇ ਆਉਣਾ ਹੈ। ਜੋ ਉਪਜੋ ਸੋ ਬਿਨਸ ਹੈ, ਉਹ ਅੰਤ ਸਮਾਂ ਆਉਣਾ ਹੈ। ਉਹ ਬ੍ਰਹਮ ਗਿਆਨੀ ਦੇ ਸਰੀਰ ਤੇ ਵੀ ਆਉਂਦਾ ਹੈ। ਫਰਕ ਇਹ ਹੈ ਕਿ ਬ੍ਰਹਮ ਗਿਆਨੀ ਹੱਸਦਾ ਹੱਸਦਾ ਜਾਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਗੁਰਮੁਖ ਹੱਸਦਾ ਜਾਏ, ਗੁਰਮੁਖ ਹੱਸਦਾ ਜਾਂਦਾ, ਖੁਸ਼ੀ ਨਾਲ ਜਾਂਦਾ। ਮੈਂ ਆਪਣੇ ਘਰ ਚੱਲਿਆ, ਸਾਡੇ ਵਰਗੇ ਬੰਦੇ ਡਰਦੇ ਡਰਦੇ ਹਾਏ ਮਰ ਨਾ ਜਾਈਏ, ਹਾਏ ਮਰ ਨਾ ਜਾਈਏ, ਮੌਤ ਤੋਂ ਭੱਜ ਭੱਜ ਕੇ ਲੁਕਦੇ ਫਿਰਦੇ। ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ, ਮਤਾ ਜਮ ਲੈ ਜਾਵੇ ਫੜ ਕੇ। ਇਸ ਤਰ੍ਹਾਂ ਅਸੀਂ ਡਰਦੇ ਹਾਂ। ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ ਬਾਬਾ ਸੁੰਦਰ ਸ਼ਾਹ ਜੀ ਅਸੀਂ ਆ ਗਏ ਹਾਂ, ਜਿਹੜਾ ਸਮਾਂ ਸੀ ਉਹ ਵੀ ਆ ਗਿਆ ਹੈ। ਜਬ ਹੈ ਸ਼ਰਵਨ ਮਹਿ ਸ਼ਬਦ ਪ੍ਰਵੇਸ਼ਾ, ਜਦੋਂ ਬਾਬੇ ਬਿਧੀ ਚੰਦ ਦੀ ਆਵਾਜ਼ ਕੰਨਾਂ 'ਚ ਪਈ, ਸ਼ਬਿਓ ਹਿਰਦਾ ਜਿਹੇ ਸ਼ਾਂਤ ਵਿਸ਼ੇਸ਼ਾ, ਕਹਿੰਦੇ ਜਿਨ੍ਹਾਂ ਦਾ ਹਿਰਦਾ ਬਹੁਤ ਸ਼ਾਂਤ ਸੀਗੇ, ਬੜੇ ਆਨੰਦ ਵਿੱਚ ਬੈਠੇ ਸੀ ਬਾਬਾ ਸੁੰਦਰ ਸ਼ਾਹ ਜੀ, ਉਹਨਾਂ ਨੇ ਨੇਤਰ ਖੋਲੇ ਹਨ। ਕਮਲ ਬਿਲੋਚਨ ਖੋਲ ਬਿਲੋਕਾ, ਜਦੋਂ ਕਮਲ ਵਰਗੀਆਂ ਸੋਹਣੀਆਂ ਅੱਖਾਂ ਬਾਬੇ ਸੁੰਦਰ ਸ਼ਾਹ ਨੇ ਖੋਲੀਆਂ, ਸਾਹਮਣੇ ਮਹਾਂਪੁਰਸ਼ ਬਾਬਾ ਬਿਧੀ ਚੰਦ ਜੀ ਨਜ਼ਰ ਆਏ। ਅੱਗੇ ਖਰੋ ਗੁਰੂ ਹੱਥ ਸ਼ੋਕਾ, ਕਹਿੰਦੇ ਗੁਰੂ ਦਾ ਸਿੱਖ ਗੁਰੂ ਵਰਗਾ ਹੀ ਨਜ਼ਰ ਆਇਆ। ਮੇਰਾ ਤੇ ਗੁਰੂ ਇਹੀ ਹੈ ਜਿਹਨੇ ਮੈਨੂੰ ਗੁਰੂ ਨਾਲ ਜੋੜਿਆ ਹੈ। ਇੰਨੀ ਭਾਵਨਾ ਦੇ ਨਾਲ ਮੱਥਾ ਟੇਕਿਆ, ਪੱਗ ਪੰਕਜ ਪਰ ਸੀਸ ਨਿਵਾਇਓ, ਜਿਵੇਂ ਇੱਕ ਸਿੱਖ ਆਪਣੇ ਗੁਰੂ ਅੱਗੇ ਮੱਥਾ ਟੇਕਦਾ। ਬਾਬੇ ਬਿਧੀ ਚੰਦ ਦੇ ਚਰਨਾਂ ਤੇ ਬਾਬੇ ਸੁੰਦਰ ਸ਼ਾਹ ਜੀ ਨੇ ਨਮਸਕਾਰ ਕਰ ਦਿੱਤੀ। ਧੂਲ ਲੀਨ ਮੁਖ ਚਖ ਪਰ ਲਾਇਓ, ਔਰ ਬਾਬਾ ਬਿਧੀ ਚੰਦ ਦੇ ਚਰਨਾਂ ਦੀ ਧੂੜ ਲੈ ਕੇ ਬਾਬਾ ਸੁੰਦਰ ਸ਼ਾਹ ਜੀ ਨੇ ਮੱਥੇ ਨੂੰ ਤੇ ਅੱਖਾਂ ਨੂੰ, ਮੂੰਹ ਨੂੰ ਲਾਈ ਹੈ। ਧੰਨ ਭਾਗ ਮੈਂ ਭਇਓ ਕਿਰਤਾਰਥ, ਤੇ ਬਾਬਾ ਜੀ ਸੁੰਦਰ ਸ਼ਾਹ ਜੀ ਕਹਿੰਦੇ ਮੇਰੇ ਧੰਨ ਭਾਗ ਜੀ, ਧੰਨ ਭਾਗ, ਅੱਜ ਦੀ ਘੜੀ ਧੰਨ ਹੈ, ਅੱਜ ਮੈਂ ਕਿਰਤਾਰਥ ਹੋ ਗਿਆ, ਮੇਰਾ ਜਪ ਤਪ, ਮੇਰੀ ਸਾਧਨਾ ਸਫਲ ਹੋ ਗਈ ਹੈ। ਮੇਰੇ ਕੋਲ ਅੰਤ ਸਮੇਂ ਆਪ ਜੈਸੇ ਮਹਾਂਪੁਰਸ਼ ਆ ਗਏ ਹੋ। ਪਹੁੰਚ ਦੂਰ ਤੇ ਕਰਿਓ ਸਕਾਰਥ, ਐਨੇ ਹਜ਼ਾਰਾਂ ਮੀਲ ਦੂਰ ਚੱਲ ਕੇ, ਸੈਂਕੜੇ ਮੀਲ ਦਾ ਪੰਧ ਕਰਕੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਹਨ। ਸਾਧ ਸੰਗਤ ਜੀ ਅੱਜ ਕੱਲ੍ਹ ਗੱਡੀਆਂ ਕਾਰਾਂ ਨੇ, ਪੰਜਾਬ ਤੋਂ ਅਯੁੱਧਿਆ ਜਾਣਾ ਹੋਵੇ ਔਖਾ ਲੱਗਦਾ, ਅਜੇ ਵੀ
ਹਾਲਾਂਕਿ ਵੱਧ ਤੋਂ ਵੱਧ 8-9 ਘੰਟਿਆਂ 'ਚ 10 ਘੰਟਿਆਂ 'ਚ ਪਹੁੰਚ ਜਾਵਾਂਗੇ, 15 ਘੰਟਿਆਂ 'ਚ ਪਹੁੰਚ ਜਾਵਾਂਗੇ ਗੱਡੀ ਚਲਾ ਕੇ, ਅਤੇ ਜਹਾਜ਼ ਹੋਵੇ ਤਾਂ 1 ਘੰਟੇ 'ਚ ਹੀ ਪਹੁੰਚ ਜਾਵਾਂਗੇ ਪੰਜਾਬ ਤੋਂ। ਪਰ ਇਹ ਗੱਲ ਉਦੋਂ ਦੀ ਹੈ ਜਦੋਂ ਕੋਈ ਗੱਡੀ ਕਾਰ ਮੋਟਰ ਨਹੀਂ ਸੀ ਹੁੰਦੀ। ਹੱਦ ਘੋੜਾ ਹੁੰਦਾ ਸੀ ਜਾਂ ਟਾਂਗਾ ਹੁੰਦਾ ਸੀ ਜਾਂ ਰੱਥ ਹੁੰਦਾ ਸੀ। ਬਾਬਾ ਬਿਧੀ ਚੰਦ ਜੀ, ਤੁਹਾਨੂੰ ਤੁਸੀਂ ਜਿਹੜੇ ਇੰਨਾ ਲੰਮਾ ਸਫ਼ਰ ਕਰਕੇ ਮੇਰੇ ਕੋਲ ਆਏ ਹੋ, ਮੈਨੂੰ ਦਰਸ਼ਨ ਦੇ ਕੇ ਨਿਵਾਜਿਆ ਹੈ। ਰਹਿ ਪ੍ਰਤੀਖਤ ਤੁਮ ਆਗਮਨ। ਮਹਾਂਪੁਰਸ਼ੋ, ਅਸੀਂ ਤੁਹਾਡਾ ਆਉਣਾ ਉਡੀਕ ਰਹੇ ਸੀ। ਕਿੰਨੇ ਚਿਰਾਂ ਦੀ ਉਡੀਕ ਸੀ, ਕਦੋਂ ਆਉਂਦੇ ਨੇ ਮਹਾਂਪੁਰਸ਼, ਕਦੋਂ ਆਉਂਦੇ ਨੇ। ਮੈਂ ਰੋਜ਼ ਤੁਹਾਨੂੰ ਯਾਦ ਕਰਦਾ ਸੀ, ਤੁਹਾਨੂੰ ਹੀ ਉਡੀਕਦਾ ਸੀ। ਤੇਰਿਓ ਧਿਆਨ ਧਰ ਮੈਂ ਇੱਕ ਭਵਨ। ਬਸ ਮੈਂ ਇੱਕ ਤੁਹਾਡਾ ਧਿਆਨ ਲਾ ਕੇ ਤੁਹਾਡੀ ਯਾਦ ਵਿੱਚ ਬੈਠਾ ਸੀ। ਕਿਹੜੀ ਘੜੀ ਆਵੇਗੀ ਤੁਹਾਡੇ ਦਰਸ਼ਨ ਹੋਣਗੇ। ਬਚਨ ਸੰਭਾਰ ਆਪ ਹੋ ਆਏ। ਆਪ ਬੜੇ ਕਿਰਪਾਲੂ ਮਹਾਂਪੁਰਸ਼ੋ, ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰਨ ਲਈ। ਸੂਰਬੀਰ ਬਚਨ ਕੇ ਬਲੀ। ਮਹਾਂਪੁਰਸ਼ ਬਚਨ ਦੇ ਬਲੀ ਹੁੰਦੇ, ਜੋ ਜ਼ੁਬਾਨ ਤੋਂ ਬਚਨ ਕੱਢ ਦਿੰਦੇ ਆ ਉਹ ਫਿਰ ਪੂਰਾ ਕਰਦੇ ਆ। ਸੋ ਬਚਨ ਤੁਸੀਂ ਹਾਰੇ ਨਹੀਂ, ਤੁਸੀਂ ਬਚਨ ਪੂਰਾ ਕਰ ਦਿੱਤਾ ਹੈ। ਅੰਤ ਸਮੇਂ ਨਿਜ ਸਾਥ ਮਿਲਾਏ। ਅੰਤ ਸਮੇਂ ਮੈਨੂੰ ਦਰਸ਼ਨ ਦਿੱਤੇ ਨੇ, ਆਪਣੇ ਨਾਲ ਮਿਲਾਓਗੇ। ਮੇਰੀ ਇਹੀ ਇੱਛਾ ਸੀ ਵੀ ਜਦੋਂ ਮੇਰਾ ਅੰਤ ਸਮਾਂ ਆਵੇ ਉਦੋਂ ਮੈਨੂੰ ਆਪ ਜੀ ਦੇ ਦਰਸ਼ਨ ਹੋਣ। ਬੈਠਿਓ ਬਿਧੀ ਚੰਦ ਤਬ ਭਾਖਾ। ਬਾਬੇ ਸੁੰਦਰ ਸ਼ਾਹ ਜੀ ਦੀ ਬੇਨਤੀ ਸੁਣ ਕੇ ਬਾਬਾ ਬਿਧੀ ਚੰਦ ਜੀ ਬੈਠ ਗਏ ਤੇ ਬਾਬਾ ਸੁੰਦਰ ਸ਼ਾਹ ਨੂੰ ਕਹਿਣ ਲੱਗੇ, ਪੂਰਨ ਕੀਨ ਤੋਹੇ ਅਬ ਕਾਂਖਾ। ਦੇਖੋ ਬਾਬਾ ਸੁੰਦਰ ਸ਼ਾਹ ਜੀ, ਗੁਰੂ ਨੇ ਤੁਹਾਡੀ ਇੱਛਾ ਪੂਰੀ ਕਰ ਦਿੱਤੀ। ਜਿਵੇਂ ਤੁਸੀਂ ਚਾਹੁੰਦੇ ਸੀ ਕਿ ਅਸੀਂ ਤੁਹਾਡੇ ਕੋਲ ਆ ਜਾਈਏ, ਸਤਿਗੁਰਾਂ ਦੀ ਕਿਰਪਾ, 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਅਸੀਂ ਆਪ ਜੀ ਦੇ ਚਰਨਾਂ 'ਚ ਆ ਗਏ ਹਾਂ। ਭੌਤਿਕ ਤਨੂ ਅੰਤ ਇਸ ਹੇਰਾ। ਦੇਖੋ ਬਾਬਾ ਜੀ, ਇਹ ਸਰੀਰ ਦਾ ਅੰਤ ਤਾਂ ਹੋਣਾ ਹੀ ਹੈ, ਇਹ ਚੋਲਾ ਤਾਂ ਛੱਡਣਾ ਹੀ ਹੈ। ਮੈਂ ਤੂੰ ਸਮਾ ਮੇਰਾ ਅਰ ਤੇਰਾ। ਹਾਂ, ਤੁਹਾਡਾ ਤੇ ਸਾਡਾ ਸਮਾਂ ਇੱਕ ਹੈ, ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਤੁਹਾਡਾ ਤੇ ਸਾਡਾ ਪ੍ਰਾਣ ਛੁੱਟਣ ਦਾ, ਸਰੀਰ ਛੱਡਣ ਦਾ ਇੱਕ ਟਾਈਮ ਹੈ। ਇਸੀ ਹੇਤ ਮੈਂ ਤੂਰਨ ਆਵਾ। ਇਸ ਕਰਕੇ ਅਸੀਂ ਆਏ ਹਾਂ। ਬਾਬਾ ਬਿਧੀ ਚੰਦ ਜੀ ਕਹਿੰਦੇ, ਮੈਂ ਛੇਤੀ ਨਾਲ ਗੁਰੂ ਸਾਹਿਬ ਤੋਂ ਆਗਿਆ ਲਈ 6ਵੇਂ ਪਾਤਸ਼ਾਹ ਤੋਂ, ਤੇ ਤੁਹਾਡੇ ਕੋਲ ਆ ਪਹੁੰਚਿਆ ਹਾਂ। ਚਾਹਤ ਤੋ ਕਹ ਸੰਗ ਰਲਾਵਾ। ਹੁਣ ਤੁਹਾਨੂੰ ਨਾਲ ਰਲਾ ਕੇ ਅਸੀਂ ਸੱਚਖੰਡ ਜਾਵਾਂਗੇ, ਆਪਣੇ ਘਰ ਜਾਵਾਂਗੇ। ਸ਼੍ਰੀ ਨਾਨਕ ਕੋ ਲੈ ਕਰ ਨਾਮੂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਦਾ ਨਾਮ ਲੈ ਕੇ ਹਿਰਦਾ ਧਰੋ ਮੂਰਤ ਅਬਿਰਾਮੂ। ਸੋਹਣੇ ਸਤਿਗੁਰਾਂ ਦੇ ਸਰੂਪ ਨੂੰ ਆਪਣੇ ਹਿਰਦੇ 'ਚ ਵਸਾਓ। ਹੁਣ ਬਾਬਾ ਸੁੰਦਰ ਸ਼ਾਹ ਜੀ, ਹੁਣ ਹੋਰ ਗੱਲਾਂ ਯਾਦ ਕਰਨ ਦਾ ਟਾਈਮ ਨਹੀਂ। ਹੋਰ ਫੁਰਨੇ ਸਾਰੇ ਬੰਦ। ਵੈਸੇ ਤਾਂ ਤਪਸਵੀ ਸਨ ਬਾਬਾ ਸੁੰਦਰ ਸ਼ਾਹ ਜੀ, ਫੁਰਨੇ ਤਾਂ ਉਹਨਾਂ ਦੇ ਮਿਟ ਚੁੱਕੇ ਸਨ। ਬਾਬਾ ਬਿਧੀ ਚੰਦ ਜੀ ਅੰਤਮ ਫੁਰਨਾ ਦੱਸ ਰਹੇ ਨੇ। ਅਖੀਰਲੇ ਸਮੇਂ ਕੀ ਖਿਆਲ ਆਉਣਾ ਚਾਹੀਦਾ। ਬਾਣੀ ਵਿੱਚ ਬਚਨ ਹੈ, ਜਿੱਦਾਂ ਦਾ ਖਿਆਲ ਆਵੇ ਉੱਦਾਂ ਦੀ ਜੂਨ ਮਿਲ ਜਾਂਦੀ ਹੈ। ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਬੰਦਾ ਮਰਨ ਲੱਗਾ, ਯਾਦ ਆ ਗਿਆ ਮੈਂ ਘਰ ਬੜਾ ਵੱਡਾ ਪਾਇਆ ਸੀ, ਕੋਠੀ ਬੜੀ ਸੋਹਣੀ ਸੀ, ਛੱਡ ਚੱਲਿਆ। ਮਹਾਰਾਜ ਕਹਿੰਦੇ ਪ੍ਰੇਤ ਜੋਨ ਬਲ ਵਾਲੇ ਅਵਤਾਰ ਹੈ। ਭੂਤ ਪ੍ਰੇਤ ਬਣ ਕੇ ਉਸੇ ਬੂਹੇ ਬਾਰੀਆਂ ਨੂੰ ਖੜਕਾਉਂਦਾ ਰਹਿੰਦਾ, ਉੱਥੇ ਨਾ ਆਪ ਰਹਿੰਦਾ ਨਾ ਕਿਸੇ ਨੂੰ ਰਹਿਣ ਦਿੰਦਾ। ਅੰਤ ਕਾਲ ਜੇ ਲక్ష్ਮੀ ਸਿਮਰੈ, ਮੇਰਾ ਇੰਨਾ ਬੈਂਕ 'ਚ ਪੈਸਾ ਪਿਆ ਸੀ, ਇੰਨਾ ਮੈਂ ਫਲਾਣੇ ਬੰਦੇ ਨੂੰ ਦਿੱਤਾ ਲੈਣਾ ਸੀ, ਇੰਨਾ ਮੇਰੀ ਜ਼ਮੀਨ ਜਾਇਦਾਦ ਸੀ। ਇਸ ਖਿਆਲ ਵਿੱਚ ਅੰਤ ਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਪ੍ਰਾਣ ਨਿਕਲ ਗਏ। ਸਰਪ ਜੂਨ ਬਲ ਬਲ ਉਤਰੈ, ਸੱਪ ਦੀ ਜੂਨ ਪੈ ਪੈ ਕੇ ਉਸ ਖਜ਼ਾਨੇ 'ਤੇ ਬਹਿੰਦਾ ਹੈ। ਕਈ ਵਾਰੀ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਵੀ ਫਲਾਣੇ ਸ਼ਹਿਰ 'ਚ ਖਜ਼ਾਨਾ ਪੁੱਟਿਆ, ਥੱਲੇ ਉੱਤੇ ਸੱਪ ਬੈਠਾ ਸੀ। ਇਹ ਹਜ਼ਾਰਾਂ ਸਾਲਾਂ ਦਾ ਅਨੁਭਵ ਹੈ ਕਿ ਜਿਹੜੀ ਰੂਹ ਮਾਇਆ ਨੂੰ ਚੇਤੇ ਕਰਦਿਆਂ ਹੋਇਆਂ ਸਰੀਰ ਛੱਡਦੀ ਹੈ, ਅਗਲਾ ਜਾਮਾ ਸੱਪ ਦਾ ਪਾ ਕੇ ਉਸ ਖਜ਼ਾਨੇ ਉੱਤੇ ਆ ਕੇ ਬੈਠ ਜਾਂਦੀ ਹੈ। ਅੰਤ ਕਾਲ ਜੇ ਲੜਕੇ ਸਿਮਰੈ, ਮੇਰੇ 5 ਪੁੱਤਰ 7 ਪੁੱਤਰ 9 ਪੁੱਤਰ ਮੈਂ ਛੱਡ ਚੱਲਿਆ, ਐਸੀ ਚਿੰਤਾ ਮੈਂ ਜੇ ਮਰ ਗਿਆ। ਸੂਕਰ ਜੋਨ ਵੱਲ ਅਵਤਰੈ, ਸੂਰੀ ਦੀ ਜੂਨ 'ਚ ਪੈ ਜਾਏਗਾ। ਹਰ ਸੂਏ 12-14 ਬੱਚੇ ਜੰਮਦੀ ਹੈ ਸੂਰੀ।
ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ। ਗੱਲ ਮੁੱਕੀ ਵੀ ਅਖੀਰ ਸਮੇਂ ਵਾਹਿਗੁਰੂ ਨੂੰ ਚੇਤੇ ਕਰ ਲਵੇ, ਪਰਮੇਸ਼ਰ ਨੂੰ ਚੇਤੇ ਕਰ ਲਵੇ। ਐਸੀ ਚਿੰਤਾ ਮੈਂ ਜੇ ਮਰੈ, ਇਹੋ ਜਿਹੀ ਚਿੰਤਾ 'ਚ ਸਵਾਸ ਨਿਕਲ ਜਾਣ। ਬਦਤ ਤਿਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੇ ਹਿਰਦੇ ਬਸੈ। ਭਗਤ ਤਿਰਲੋਚਨ ਜੀ ਮਹਾਰਾਜ ਬਾਣੀ 'ਚ ਲਿਖਦੇ ਆ, ਉਹ ਮੁਕਤ ਹੈ, ਉਹਦੇ ਹਿਰਦੇ 'ਚ ਵਾਹਿਗੁਰੂ ਵਸ ਜਾਏ। ਬਾਬਾ ਬਿਧੀ ਚੰਦ ਜੀ ਕਹਿੰਦੇ, ਬਾਬਾ ਸੁੰਦਰ ਸ਼ਾਹ ਜੀ ਹੁਣ ਹੋਰ ਕਿਸੇ ਨੂੰ ਮਨ 'ਚ ਨਾ ਵਸਾਓ, ਹੁਣ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੇਵ ਜੀ ਦਾ ਹੀ ਧਿਆਨ ਕਰੋ। ਤਨ ਕਹ ਤਿਆਗਹ ਚਲਹੁ ਸਖੈਨ, ਤੇ ਇਹ ਚੋਲਾ ਛੱਡ ਕੇ ਆਪਾਂ ਆਪਣੇ ਘਰ ਚਲੀਏ। ਪਹੁੰਚਹੁ ਸਾਦਰ ਸਤਿਗੁਰ ਸੈਨ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੰਡਲ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਘਰ ਘਰ ਵੇਖੈ ਨਦਰ ਨਿਹਾਲ, ਉਹ ਸੱਚਖੰਡ ਮੰਡਲ ਦੇ ਵਿੱਚ ਚਲੀਏ। ਏਕ ਜਾਮ ਅਬ ਬੈਸ ਹਮਾਰੀ। ਬਾਬਾ ਜੀ ਤੁਹਾਡੀ ਤੇ ਮੇਰੀ ਉਮਰ ਸਿਰਫ ਇੱਕ ਪਹਿਰ ਬਾਕੀ ਰਹਿ ਗਈ ਹੈ। 3 ਘੰਟੇ 3 ਘੰਟੇ ਆਪਣੇ ਕੋਲ ਹੋਰ ਹਨ। 3 ਘੰਟੇ ਤੋਂ ਬਾਅਦ ਆਪਣੇ ਸਵਾਸ ਪੂਰੇ ਹੋ ਜਾਣਗੇ। ਤੈਸੇ ਜਨਹੁ ਰਹੀ ਤੁਮਾਰੀ। ਇੱਦਾਂ ਜਿੰਨੀ ਸਾਡੀ ਉਮਰ ਬਾਕੀ ਹੈ ਓਨੀ ਕਿ ਤੁਹਾਡੀ ਪੂਰੀ। 3 ਘੰਟੇ ਤੁਹਾਡੇ ਰਹਿੰਦੇ ਆ, 3 ਘੰਟੇ ਹੀ ਮੇਰੇ ਰਹਿੰਦੇ ਆ। ਹਾਂਜੀ, ਉਠੋ ਇਸ਼ਨਾਨ ਠਾਨ ਕੁਛ ਡਾਸਹੁ। ਬਾਬਾ ਜੀ ਉੱਠੋ, ਇਸ਼ਨਾਨ ਕਰ ਲਓ ਤੇ ਆਸਣ ਲਾ ਲਓ ਤੇ ਆਪਾਂ ਸਿਮਰਨ ਕਰੀਏ, ਵਾਹਿਗੁਰੂ ਨੂੰ ਯਾਦ ਕਰੀਏ, ਆਪਣਾ ਧਿਆਨ ਵਿੱਚ ਮਗਨ ਹੋ ਕੇ ਚੋਲਾ ਛੱਡੀਏ। ਬਿਨਾ ਤਰਾਸ ਗੁਰ ਆਸ ਫਲਾਸਹੁ। ਕਹਿੰਦੇ ਬਿਨਾਂ ਤਰਾਸ ਦੇ, ਬਿਨਾਂ ਡਰ ਦੇ, ਗੁਰੂ ਦੀ ਆਸ ਕਰਦੇ ਹੋਏ ਉਸ ਬ੍ਰਹਮ ਵਿੱਚ ਲੀਨ ਹੋ ਜਾਈਏ। ਸੁਨ ਆਨੰਦ ਕਰ ਸੁੰਦਰ ਸ਼ਾਹੂ। ਬਾਬਾ ਸੁੰਦਰ ਸ਼ਾਹ ਜੀ ਬਾਬਾ ਬਿਧੀ ਚੰਦ ਜੀ ਦੇ ਬਚਨ ਸੁਣ ਕੇ ਬੜੇ ਖੁਸ਼ ਹੋਏ। ਸਾਧ ਸੰਗਤ ਜੀ, ਸਾਨੂੰ ਪਤਾ ਲੱਗ ਜੇ ਵੀ ਆਪਾਂ ਹੁਣ ਮਰਨ ਲੱਗੇ ਆ, ਸਾਡਾ ਕੀ ਹਾਲ ਹੋਏਗਾ। ਇੱਕਦਮ ਚਿਹਰੇ ਦਾ ਰੰਗ ਉੱਡ ਜਾਂਦਾ, ਖੁਸ਼ੀ ਥੋੜਾ ਹੁੰਦੀ ਮਰਨ ਦਾ ਨਾਂ ਸੁਣ ਕੇ, ਪਰ ਸੰਤਾਂ ਨੂੰ ਚਾਹ ਚੜ ਜਾਂਦਾ, ਖੁਸ਼ੀ ਹੁੰਦੀ। ਗੁਰਮੁਖ ਹੱਸਦਾ ਜਾਏ, ਭਾਈ ਗੁਰਦਾਸ ਨੇ ਲਿਖਿਆ, ਗੁਰਮੁਖ ਹੱਸਦਾ ਹੱਸਦਾ ਜਾਂਦਾ। ਬਾਬਾ ਸੁੰਦਰ ਸ਼ਾਹ ਜੀ ਬੜੇ ਖੁਸ਼ ਹੋਏ ਹਨ ਜਦੋਂ ਸੁਣਿਆ ਵੀ ਹੁਣ ਸਾਡਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਵਧੀ ਚਾਂਪ ਚੱਲ ਬੇਗੁਰ ਪਾਹੂ। ਕਹਿੰਦੇ ਚੱਲ ਸਤਿਗੁਰੂ ਦੇ ਕੋਲ ਮਨਾ, ਗੁਰੂ ਨਾਨਕ ਦੇ ਕੋਲ ਚਲੀਏ। ਉਠ ਦੋਨੋਂ ਤਬ ਨਿਰਮਲ ਪਾਨੀ। ਦੋਵਾਂ ਨੇ ਉੱਠ ਕੇ ਨਿਰਮਲ ਜਲ ਵਿੱਚ ਇਸ਼ਨਾਨ ਕੀਤਾ ਹੈ। ਕਰ ਇਸ਼ਨਾਨ ਪਾਵਨਤਾ ਠਾਨੀ। ਇਸ਼ਨਾਨ ਕਰਕੇ ਪਵਿੱਤਰ ਹੋਏ ਹਨ। ਕੁਸ਼ ਕੇ ਆਸ ਤਰਨ ਜੁਗ ਕੀਨੇ। ਤੇ ਦੋਵਾਂ ਨੇ ਸਾਧ ਸੰਗਤ ਜੀ ਕੁਸ਼ਾ ਦੇ ਆਸਣ ਵਿਛਾ ਲਏ ਨੇ। ਕੁਸ਼ ਕੇ ਆਸਤਰਨ ਭਾਵ ਥੱਲੇ ਘਾਹ ਵਗੈਰਾ, ਦੱਬ ਵਗੈਰਾ ਹੀ ਹੁੰਦੀ ਸੀ ਉਹਨਾਂ ਦਿਨਾਂ ਵਿੱਚ, ਉਹ ਵਿਛਾ ਕੇ ਤੇ ਉੱਤੇ ਆਸਣ ਲਾ ਲਏ ਨੇ। ਕੁਛ ਕ ਫਰਕ ਸੋ ਦੋਨ ਅਸੀਨੇ। ਥੋੜੇ ਥੋੜੇ ਫਰਕ ਨਾਲ ਇੱਥੇ ਬਾਬਾ ਬਿਧੀ ਚੰਦ ਜੀ ਨੇ ਲਾ ਲਿਆ, 4 ਫੁੱਟ ਪਰਾਂ ਬਾਬਾ ਸੁੰਦਰ ਸ਼ਾਹ ਜੀ ਨੇ ਆਪਣਾ ਆਸਣ ਲਾ ਲਿਆ। ਸ਼੍ਰੀ ਹਰਿ ਗੋਬਿੰਦ ਸੋ ਜਸ ਉਚਾਰਾ। ਔਰ ਬਹਿ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਜੀ, ਜੋ ਗੁਰੂਆਂ ਦੇ ਦਰਸ਼ਨ ਕੀਤੇ ਸੀ ਨਾ ਬਾਬੇ ਬਿਧੀ ਚੰਦ ਨੇ ਸਾਰੀ ਜ਼ਿੰਦਗੀ, ਉਹ ਸਾਰੇ ਫਿਰ ਆਪਣੇ ਚਿੰਤਨ ਵਿੱਚ ਲਿਆਂਦੇ ਹਾਂ। ਗੁਰੂ ਦੇ ਸਰੂਪ ਦਾ ਧਿਆਨ ਕੀਤਾ ਹੈ। ਨਿਜ ਦਾਸਨ ਪਰ ਦਿਆਲ ਉਦਾਰਾ। ਤੇ ਅਰਦਾਸ ਕੀਤੀ ਹੈ ਵੀ ਹੇ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ, ਤੁਸੀਂ ਆਪਣੇ ਦਾਸਾਂ ਤੇ ਦਇਆ ਕਰਨ ਵਾਲੇ ਹੋ। ਅਸੀਂ ਮਾੜੇ ਆ, ਚੰਗੇ ਆ, ਬੁਰੇ ਆ, ਭਲੇ ਆ, ਜਿਹੋ ਜਿਹੇ ਵੀ ਆ ਤੇਰੇ ਹੀ ਆ ਬਾਪੂ। ਤੇ ਆਪਣੇ ਬਿਰਧ ਬਾਣੇ ਦੀ ਲਾਜ ਰੱਖਣ ਵਾਲਾ ਸਤਿਗੁਰੂ, ਸਦਾ ਹੀ ਆਪਣੇ ਦਾਸਾਂ ਤੇ ਕਿਰਪਾ ਕਰਨ ਵਾਲੇ ਸਤਿਗੁਰੂ, ਕਿਰਪਾ ਕਰੋ। ਇਹ ਅੰਤ ਸਮਾਂ ਸਰੀਰ ਦਾ ਆਇਆ ਹੈ। ਹੁਣ ਜਿਹੜੀ ਯਾਤਰਾ ਅਗਲੀ ਹੈ ਉਹਦੇ ਵਿੱਚ ਤੁਸੀਂ ਸਹਾਈ ਹੋਣਾ ਹੈ। ਲੋਕ ਪਰ ਲੋਕ ਸਹਾਇਕ ਭਾਰੇ। ਮਹਾਰਾਜ ਸਤਿਗੁਰੂ ਜੀ, ਤੁਸੀਂ ਲੋਕ ਦੇ ਤੇ ਪਰਲੋਕ ਦੇ ਮਦਦਗਾਰ ਹੋ, ਸਹਾਇਕ ਹੋ। ਸੇਵਕ ਆਪਨ ਹਜ਼ਾਰ ਹਤਾਰੇ। ਤੁਸੀਂ ਆਪਣੇ ਹਜ਼ਾਰਾਂ ਸੇਵਕ ਤਾਰ ਦਿੱਤੇ ਨੇ, ਹਜ਼ਾਰਾਂ ਦੇ ਬੇੜੇ ਬੰਨੇ ਲਾ ਦਿੱਤੇ ਨੇ। ਬਚਨ ਬਿਲਾਸ ਏਵ ਕੁਛ ਕਰੇ। ਇਸ ਤਰ੍ਹਾਂ ਦੇ ਬਾਬਾ ਬਿਧੀ ਚੰਦ ਸਾਹਿਬ ਜੀ ਤੇ ਬਾਬਾ ਸੁੰਦਰ ਸ਼ਾਹ ਜੀ ਆਪਸ ਵਿੱਚ ਬਚਨ ਬਿਲਾਸ ਕੀਤੇ ਹਨ। ਪੁੰਨ ਦ੍ਰਿਗ ਮੂੰਦ ਧਿਆਨ ਕੋ ਧਰੇ। ਫਿਰ ਸਾਧ ਸੰਗਤ ਜੀ ਨੇਤਰ ਬੰਦ ਕਰਕੇ ਗੁਰੂ ਸਾਹਿਬ ਜੀ ਦੇ ਸਰੂਪ ਦਾ ਧਿਆਨ ਕੀਤਾ ਹੈ। ਨਿਜ ਨਿਜ ਬਦਨ ਸ਼ਾਦ ਪੁੰਨ ਲੀਨੇ। ਤੇ ਫਿਰ ਆਪਣੇ ਆਪਣੇ ਚਿਹਰੇ ਢੱਕ ਲਏ ਹਨ। ਆਸ ਤਰਨ ਪਰ ਪੌੜਨ ਕੀਨੇ। ਤੇ ਆਪਣੇ ਪਲੰਘੇ ਦੇ ਉੱਤੇ, ਆਪਣੇ ਬਿਸਤਰੇ ਦੇ ਉੱਤੇ ਜਿਹੜਾ ਥੱਲੇ ਲਾਇਆ ਸੀ ਪੁੰਜੇ,
ਉਹਦੇ ਤੇ ਬਾਬਾ ਬਿਧੀ ਚੰਦ ਤੇ ਬਾਬਾ ਸੁੰਦਰ ਸ਼ਾਹ ਜੀ ਲੰਮੇ ਪੈ ਗਏ ਹਨ, ਲੇਟ ਗਏ ਹਨ। ਤਜ ਸੁਖੈਨ ਪ੍ਰਾਨ ਪਨ ਦਾਨ। ਔਰ ਇੱਕੋ ਸਮੇਂ ਦੋਵੇਂ ਮਹਾਂਪੁਰਸ਼ਾਂ ਨੇ ਚੋਲਾ ਛੱਡ ਦਿੱਤਾ ਹੈ। ਮੰਗਲ ਭਇਓ ਦੇਵ ਤਨ ਭਾਨ। ਉਸ ਵੇਲੇ ਦੇਵਲੋਕ ਦੇ ਵਿੱਚ ਖੁਸ਼ੀਆਂ ਦੇ ਵਾਜੇ ਵੱਜਣ ਲੱਗ ਪਏ ਹਨ। ਸਾਰੇ ਦੇਵਤੇ ਬਾਬਾ ਜੀ ਦਾ ਸਵਾਗਤ ਕਰਨ ਲਈ, ਕਿਉਂਕਿ ਸਾਧ ਸੰਗਤ ਜੀ ਜਿੰਨੀਆਂ ਇਹ ਕੁਦਰਤੀ ਦੈਵੀ ਸ਼ਕਤੀਆਂ ਨੇ, ਚੰਦ ਸੂਰਜ ਗ੍ਰਹਿ ਤਾਰੇ ਨਛੱਤਰ, ਇਹ 33 ਕਰੋੜ ਹਨ, ਗਿਣੇ ਨਹੀਂ ਜਾ ਸਕਦੇ। ਬੇਅੰਤ ਗੁਪਤ ਸ਼ਕਤੀਆਂ ਪਰ ਅਕਾਲ ਪੁਰਖ ਦੇ ਹੁਕਮ ਵਿੱਚ ਹਨ। ਸਭ ਤੋਂ ਵੱਡਾ ਕੌਣ ਹੈ? ਦੇਵਾਨ ਦੇਵ ਉਪਮਾ ਮਹਾਨ। ਜੋ ਦੇਵਤਿਆਂ ਦਾ ਵੀ ਦੇਵਤਾ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਹੈ। ਇਸ ਕਰਕੇ ਗੁਰੂ ਕੇ ਸਿੱਖਾਂ ਵਾਸਤੇ ਹੁਕਮ ਹੈ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ, ਅਕਾਲ ਪੁਰਖ ਦੀ ਪੂਜਾ ਕਰਨੀ ਹੈ। ਪਰ ਕਿਸੇ ਦੇਵੀ ਦੇਵਤੇ ਦੀ ਨਿੰਦਾ ਵੀ ਨਹੀਂ ਕਰਨੀ। ਕਿਉਂ? ਉਹਨਾਂ ਦੀ ਵੀ ਜਿੰਨੀ ਡਿਊਟੀ ਵਾਹਿਗੁਰੂ ਨੇ ਲਾਈ ਹੈ ਓਨੀ ਕਰਦੇ। ਸੂਰਜ ਦੇਖੋ ਆਪਣੇ ਸਮੇਂ ਨਾਲ ਚੜ੍ਹਦਾ, ਸਮੇਂ ਨਾਲ ਛਿਪਦਾ, ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ ਦਿੰਦਾ। ਚੰਦਰਮਾ ਜਿਹੜਾ ਹੈ ਉਹ ਅੰਮ੍ਰਿਤ ਵੰਡਦਾ, 15 ਦਿਨ ਵੱਧਦਾ, 15 ਦਿਨ ਘਟਦਾ। ਫਸਲਾਂ 'ਤੇ, ਫੁੱਲਾਂ 'ਤੇ, ਫਲਾਂ 'ਤੇ, ਸਾਡੇ ਮਨਾਂ 'ਤੇ ਉਹਦਾ ਰਸ ਪੈਦਾ ਹੁੰਦਾ। ਇਸ ਤਰ੍ਹਾਂ ਇੱਕ ਸਾਰੀਆਂ ਸ਼ਕਤੀਆਂ, ਪਾਣੀ ਦੇਵਤਾ ਹੈ, ਅੰਨ ਦੇਵਤਾ ਹੈ, ਬਸੰਤਰ ਦੇਵਤਾ ਹੈ, ਇਹ ਸਾਰੇ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਕਰਦੇ ਹਨ, ਉਹਦਾ ਭੈ ਕਰਦੇ ਹਨ, ਉਹਦੇ ਹੁਕਮ ਵਿੱਚ ਚੱਲਦੇ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਬਾਬਾ ਬਿਧੀ ਚੰਦ ਜੀ, ਬਾਬਾ ਸੁੰਦਰ ਸ਼ਾਹ ਜੀ ਸੱਚਖੰਡ ਜਾ ਰਹੇ। ਬ੍ਰਹਮ ਗਿਆਨੀ ਦਾ ਸਵਾਗਤ ਇਹ ਦੇਵਤੇ ਕਰਦੇ, ਕਿਉਂਕਿ ਬ੍ਰਹਮ ਗਿਆਨੀ ਨਾਲ ਦੇਵਤਿਆਂ ਤੋਂ ਬਹੁਤ ਉੱਚਾ ਹੁੰਦਾ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਤਾਂ ਪਰਮੇਸ਼ਰ ਹੀ ਹੁੰਦਾ। ਸੋ ਇਹ ਸਾਰੇ ਦੇਵਤੇ ਬਾਬਾ ਬਿਧੀ ਚੰਦ ਜੀ ਨੂੰ ਮੱਥਾ ਟੇਕਦੇ, ਨਮਸਕਾਰਾਂ ਕਰਦੇ ਹਨ। ਹਿਤ ਆਦਰ ਕੇ ਆਗੇ ਆਏ। ਬਾਬਾ ਜੀ ਦਾ ਆਦਰ ਕਰਨ ਵਾਸਤੇ, ਸਤਿਕਾਰ ਕਰਨ ਵਾਸਤੇ ਅੱਗੋਂ ਦੀ ਲੈਣ ਆਏ ਹਨ। ਦੋਨੋਂ ਹਲੀਨ ਵਿਮਾਨ ਚੜਾਏ। ਦੋਵਾਂ ਮਹਾਂਪੁਰਸ਼ਾਂ ਨੂੰ, ਬਾਬਾ ਬਿਧੀ ਚੰਦ ਜੀ ਨੂੰ ਤੇ ਬਾਬਾ ਸੁੰਦਰ ਸ਼ਾਹ ਜੀ ਨੂੰ, ਦੇਵਤਿਆਂ ਨੇ ਵਿਮਾਨ ਵਿੱਚ ਬਿਠਾ ਲਿਆ ਹੈ। ਜੈ ਜੈ ਸ਼ਬਦ ਉਚਾਰਤ ਭਏ। ਤੇ ਇਹਨਾਂ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ, ਫੁੱਲਾਂ ਦੀ ਵਰਖਾ ਕਰਦੇ, ਸ਼ੰਖ ਵਜਾਉਂਦੇ ਨੇ, ਆਰਤੀ ਕਰਦੇ ਨੇ। ਸ਼ੰਖਨ ਕੀ ਧੁਨ, ਘੰਟਨ ਕੀ ਕਾਰ, ਫੂਲਨ ਕੀ ਵਰਖਾ ਬਰਖਾਵੈ। ਆਰਤੀ ਕੋਟ ਕਰੈ ਸੁਰ ਸੁੰਦਰ, ਵੇਖ ਪੁਰੰਦਰ ਕੇ ਬਲ ਜਾਵੈ। ਬਲਿਹਾਰ ਬਲਿਹਾਰ ਜਾਂਦੇ ਹਨ। ਸਤਿਗੁਰ ਪਰ ਕੋ ਤਤ ਸ਼ਨ ਗਏ। ਔਰ ਬਾਬਾ ਬਿਧੀ ਚੰਦ ਜੀ, ਬਾਬਾ ਸੁੰਦਰ ਸ਼ਾਹ ਜੀ ਗੁਰੂ ਦੀ ਨਗਰੀ ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਮੈ ਵਾਸੈ ਭਗਤ ਪਿਆਰੇ। ਜਿੱਥੇ ਸਭ ਤੋਂ ਉੱਪਰਲਾ ਮੰਡਲ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ, ਉੱਥੇ ਜਾ ਪਹੁੰਚੇ ਹਨ। ਤਪਤ ਸਵਰਨ ਸਮ ਤਨ ਕਾ ਬਰਨ। ਕਹਿੰਦੇ ਬਾਬਾ ਜੀ ਦੇ ਸਰੀਰਾਂ ਦੀ ਉਸ ਵੇਲੇ ਸੋਭਾ ਕੈਸੀ ਸੀ। ਜਦੋਂ ਕਿਸੇ ਬੰਦੇ ਦੇ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਨਾ, ਉਹ ਭਾਵੇਂ ਕਿੰਨਾ ਸੋਹਣਾ ਹੋਵੇ, ਉਹਦਾ ਸਰੀਰ ਕੁਮਲਾ ਜਾਂਦਾ, ਚਿਹਰੇ ਦਾ ਰੰਗ ਮਿੱਟੀ ਰੰਗਾ ਹੋਈ, ਮਿੱਟੀ ਜੋ ਰਹਿ ਜਾਂਦੀ ਹੈ ਪਿੱਛੇ, ਉਹ ਫਿਰ ਰੰਗ ਬਦਲ ਜਾਂਦਾ। ਪਰ ਇੱਕ ਗੱਲ ਹੈ, ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਸਰੀਰ ਦੀ ਮਿੱਟੀ ਵੀ ਜਿਹੜੀ ਹੈ ਸੋਨੇ ਨਾਲੋਂ ਜ਼ਿਆਦਾ ਚਮਕਦੀ ਹੈ। ਕਵੀ ਜੀ ਲਿਖਦੇ ਆ, ਤਪਤ ਸਵਰਨ ਸੰਗ ਤਨ ਕੋ ਰੰਗ। ਜਿਵੇਂ ਤਪਿਆ ਹੋਇਆ ਸੋਨਾ ਹੋਵੇ ਨਾ, ਤਪਿਆ ਹੋਇਆ ਸੋਨਾ, ਇੱਦਾਂ ਬਾਬਾ ਜੀ, ਬਾਬਾ ਬਿਧੀ ਚੰਦ ਜੀ ਤੇ ਬਾਬਾ ਸੁੰਦਰ ਸ਼ਾਹ ਦੇ ਸਰੀਰ ਪਏ ਹਨ। ਦਿਵ ਬਸਨ ਤਾਰੇ ਆਭਰਣ। ਔਰ ਕਹਿੰਦੇ ਬਾਬਾ ਜੀ ਦੀ ਹੁਣ ਜਿਹੜੀ ਆਤਮਾ ਹੈ ਦਿਵ ਰੂਪ ਹੋ ਗਈ ਹੈ। ਦਿਵਯ ਹੀ ਬਸਤਰ ਹਨ, ਦਿਵਯ ਹੀ ਗਹਿਣੇ ਹਨ, ਦਿਵਯ ਹੀ ਉਹਨਾਂ ਦਾ ਸਰੂਪ ਹੈ। ਜਾਏ ਗੁਰੂ ਪਰ ਸਥਿਤ ਭਏ। ਗੁਰੂ ਦੀ ਨਗਰੀ ਜਾ ਪਹੁੰਚੇ ਹਨ। ਬੰਧਨ ਆਦਿ ਜਥੋਚਿਤ ਕੇ। ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਇਸ ਪ੍ਰਕਾਰ ਗੁਰੂ ਸਿੱਖ ਭਾਰੀ। ਇਹਦਾ ਗੁਰੂ ਕੇ ਭਾਰੀ ਮਹਾਨ ਸਿੱਖ ਬਾਬਾ ਬਿਧੀ ਚੰਦ ਜੀ ਕਾਇਆ ਤਿਆਗਨ ਕੀਨ ਸੁਖਾਰੀ। ਉਹਨਾਂ ਨੇ ਆਪਣੀ ਦੇਹ ਤਿਆਗੀ ਹੈ। ਨਾਲ ਬਾਬਾ ਸੁੰਦਰ ਸ਼ਾਹ ਜੀ ਮੁਸਲਮਾਨ ਫਕੀਰ, ਉਹ ਵੀ ਨਾਲ ਹੀ ਗਏ ਹਨ। ਦਿਓ ਗ੍ਰਾਮ ਤੇ ਤਬ ਨਰ ਆਏ। ਦਿਓ ਨਗਰ ਜਿਹੜਾ ਸਾਧ ਸੰਗਤ ਜੀ ਅਯੁੱਧਿਆ ਵਾਲੇ ਪਾਸੇ ਹੈ, ਉਸ ਨਗਰ ਦੇ ਵਿੱਚ ਖਬਰ ਪਹੁੰਚੀ ਵੀ ਬਾਬਾ ਬਿਧੀ ਚੰਦ ਜੀ ਆ ਕੇ ਤੇ ਬਾਬਾ ਸੁੰਦਰ ਸ਼ਾਹ ਜੀ ਦੋਵੇਂ ਸਰੀਰ ਛੱਡ ਗਏ ਨੇ। ਪਿੰਡ ਵਾਲੀਆਂ ਸੰਗਤਾਂ ਸਾਰੀਆਂ ਹੀ, ਬੱਚੇ ਬੀਬੀਆਂ ਬੁੱਢੇ ਲੋਕ ਸਾਰੇ
ਉੱਥੇ ਬਾਹਰ ਜਿੱਥੇ ਬਾਬਾ ਜੀ ਦਾ ਸਥਾਨ ਸੀ, ਬਾਬਾ ਸੁੰਦਰ ਸ਼ਾਹ ਜੀ ਦਾ, ਉੱਥੇ ਆ ਗਏ ਨੇ। ਦੋਨੋਂ ਬਿਨਾ ਪ੍ਰਾਨ ਦਰਸਾਏ। ਆ ਕੇ ਦੇਖਿਆ ਦੋਵਾਂ ਦੀਆਂ ਪਵਿੱਤਰ ਦੇਹਾਂ ਪਈਆਂ ਹਨ। ਬਾਬਾ ਬਿਧੀ ਚੰਦ ਦੀ ਦੇਹ ਪਈ ਹੈ, ਬਾਬਾ ਸੁੰਦਰ ਸ਼ਾਹ ਦੀ ਦੇਹ ਪਈ ਹੈ। ਦਫਨ ਕਰਿਓ ਤਿਨ ਸੁੰਦਰ ਸ਼ਾਹੂ। ਕਿਉਂਕਿ ਬਾਬਾ ਸੁੰਦਰ ਸ਼ਾਹ ਜੀ ਮੁਸਲਮਾਨਾਂ ਦੇ ਘਰ ਦਾ ਜਨਮ ਸੀ। ਉਹਨਾਂ ਦੇ ਧਰਮ ਦੀ ਮਰਜ਼ਾਦਾ ਦੇ ਮੁਤਾਬਕ ਬਾਬਾ ਜੀ ਦੀ ਕਬਰ ਪੁੱਟੀ ਗਈ ਹੈ। ਬਾਬਾ ਸੁੰਦਰ ਸ਼ਾਹ ਜੀ ਦੀ ਕਬਰ ਦੇ ਵਿੱਚ ਉਹਨਾਂ ਦਾ ਸਰੀਰ ਦਫਨਾਇਆ ਗਿਆ ਹੈ। ਪੂਜਨ ਹੇਤ ਥਾਨ ਕਰਤਾ ਹੂੰ। ਉਹਨਾਂ ਦੀ ਕਬਰ ਦੀ ਪੂਜਾ ਉੱਥੇ ਹੁੰਦੀ ਹੈ। ਤੈਸੇ ਬਿਧੀ ਚੰਦ ਕੋ ਦਾਹਾ। ਏਦਾਂ ਬਾਬਾ ਬਿਧੀ ਚੰਦ ਜੀ ਦਾ ਸੰਸਕਾਰ ਕੀਤਾ ਹੈ। ਲੱਕੜਾਂ ਲਿਆ ਕੇ ਉਹਨਾਂ ਦਾ ਅੰਗੀਠਾ ਤਿਆਰ ਕਰਕੇ ਗੁਰਸਿੱਖਾਂ ਨੇ ਬਾਬਾ ਬਿਧੀ ਚੰਦ ਜੀ ਦੀ ਦੇਹ ਦਾ ਸੰਸਕਾਰ ਕਰ ਦਿੱਤਾ ਹੈ। ਅਬਲਾ ਮਨ ਹੈ ਬਾਂਛਤ ਪਾਹਾ। ਅਬਲੋ ਹੁਣ ਤੱਕ ਸੰਗਤਾਂ ਮੰਨਦੀਆਂ ਨੇ। ਹੁਣ ਬਾਬਾ ਸ੍ਰੀ ਚੰਦ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਉਹਨਾਂ ਦੀ ਸੰਪਰਦਾ ਦੇ ਉਦਾਸੀ ਮਹਾਤਮਾ, ਉਦਾਸੀ ਸਿੱਖ ਜਿਹੜੇ ਹਨ, ਉਸ ਗੁਰੂ ਘਰ ਦੀ ਸੇਵਾ ਕਰਦੇ। ਬਾਬਾ ਸੁੰਦਰ ਸ਼ਾਹ ਜੀ, ਬਾਬਾ ਬਿਧੀ ਚੰਦ ਜੀ ਦੀ ਸਮਾਧੀ ਦੀ, ਬਾਬਾ ਅਵਤਾਰ ਸਿੰਘ ਜੀ ਜੋ ਬਾਬਾ ਬਿਧੀ ਚੰਦ ਦਲ ਪੰਥ ਦੇ ਮੁਖੀ ਹਨ, ਬਾਬਾ ਬਿਧੀ ਚੰਦ ਸਾਹਿਬ ਜੀ ਦੀ 12ਵੀਂ ਪੀੜ੍ਹੀ ਹਨ। ਉਹ ਜਦੋਂ ਵੀ ਪਟਨਾ ਸਾਹਿਬ ਵੱਲ ਜਾਂਦੇ ਹੈ, ਸਾਲ 'ਚ ਇੱਕ ਵਾਰੀ ਜ਼ਰੂਰ ਉੱਥੇ ਜਾ ਕੇ ਮੱਥਾ ਟੇਕ ਕੇ ਦਰਸ਼ਨ ਮੇਲੇ ਕਰਕੇ ਆਉਂਦੇ ਬਾਬਾ ਜੀ ਦੇ ਅੰਗੀਠੇ ਸਾਹਿਬ ਜੀ ਦੇ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਦੇ ਨਾਲ ਮਹਾਂਪੁਰਸ਼ਾਂ ਦੇ ਇਹ ਬਚਨ ਹਨ। ਬਾਬਾ ਬਿਧੀ ਚੰਦ ਜੀ ਦਾ ਸੱਚਖੰਡ ਗਮਨ ਦਾ ਇਤਿਹਾਸ ਸੰਗਤਾਂ ਨੇ ਸਰਵਣ ਕੀਤਾ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।